मोहब्बत कर तो ले लेकिन मोहब्बत रास आए भी दिलों को बोझ लगते हैं कभी जुल्फ़ों के साए भी। हज़ारों गम है इस दुनिया में अपने भी पराए भी। मोहब्बत का ही गम तन्हा नहीं हम क्या करें, तुम ही कह दो ए जाने वफा हम क्या करें। प्यारे दर्शकों, जय गुरुदेव जय भीम। अज का जे स्पैशल प्रोग्राम कुछ इस तरह बन गया। वैसे तो मेरा प्रोग्राम जोड़ा पक्ष ते मसले वीरवार 7 to 8 होंदा, लेकिन बिट्टू नूं कुछ लानतां दी कमी सी। शायद दोबारा जड़े बहुत सारे फोन परसनली आए इटली तो इधर उधरों भी भाजी मैं गल करनी सी। सो वो जिहड़ी गल है बसपा का समझौता अकालियां नाल किन्ना कुछ चंगा किन्ना कुछ माड़ा उहदे लई भी आपां गल करनी है। तो तुहाडा जे बिट्टू नूं लाहनतां पाउण दा भी मन होवे वो भी पा सकते हैं। कारण तुसीं स्पष्ट जानते हैं कि जो पंजाब दे विच समझौता होया बसपा नूं ਜਿਹੜੀਆਂ सीटां दित्तियां गईयां उन्हां दे विचों चमकौर साहिब ते आनंदपुर साहिब ਦੀ ਜਿਹੜੀ सीट आ ਉਹਨੂੰ ਬਿੱਟੂ ਨੇ ਕਿਹਾ कि बहुत पवित्र सीटां सी, पंथ ਦੀਆਂ सीटां सी। बसपा ने ਇਹਨੂੰ ਦੇ ਕੇ ਸਿੱਧੇ ਸ਼ਬਦਾਂ ਦੇ ਵਿੱਚ ਵੀ ਇਹਨੂੰ ਅਪਵਿੱਤਰ ਕਰ ਦਿੱਤਾ। ਮਤਲਬ ਉਸ ਦੇ ਮਨ ਦੇ ਵਿੱਚ ਸਦੀਆਂ ਤੋਂ ਹੀ ਜੋ ਸਾਡੇ ਪ੍ਰਤੀ ਇਸ ਕਮਿਊਨਿਟੀ ਦੇ ਪ੍ਰਤੀ ਜੋ ਇੱਕ ਗੁਬਾਰ ਭਰਿਆ ਹੋਇਆ ਹੈ ਵੱਡਿਆਂ ਆਪਣੇ ਆਪ ਨੂੰ ਵੱਡੇ ਸਮਝੇ ਜਾਣ ਵਾਲੇ ਲੋਕਾਂ ਦੇ, ਜ਼ਿਮੀਂਦਾਰ ਲੋਕਾਂ ਦੇ ਜਾਂ ਕਿਸੇ ਵੀ ਤਰ੍ਹਾਂ ਦੇ उन अज अपना रूप दिखा दिता। हालांकि इस नाल वधेरे जानकारी देने लिए मेरे को मेहमान भी ने और अज असी इस प्रोग्राम नूं कांग्रेस के जाने पहचाने चेहरे वो इंडियन ओवरसीज कांग्रेस के नैशनल प्रधान भगवान दास बद्दन जी जिहड़े कि इत्थों बहुत बारी श्री गुरु धार्मिक सभा जां मैं शायद माफ़ करना बर्मिंघम जो गुरु घर है श्री गुरु रविदास जो भवन है उन्होंने प्रेजिडेंट भी रहे। जय गुरुदेव जय भीम जी। जय गुरुदेव जय भीम जी बद्दन साहब। और साढ़े नाल लेखराज जी वर्ल्ड वाइड BSP सपोर्टर दे मैंबरान लेखराज जी जखू। जय गुरुदेव जय भीम जी। कांची TV के दर्शकों नूं मैं अपने वालों जय भीम जय भारत चाल साहब थैंक यू। दर्शकों मन होवे तुहाडा ते फोन ਦੀਆਂ ਲਾਈਨਾਂ ਹੁਣ ਤੋਂ ਹੀ ਖੁੱਲੀਆਂ ਤੁਸੀਂ ਗੱਲ ਕਰ ਸਕਦੇ हैं, लेकिन एक गल का ख्याल रखना कि ਜਦੋਂ ਤੁਸੀਂ ਗੱਲ ਕਰ ਰਹੇ ਹਾਂ हो सकता मैं ਤੁਹਾਨੂੰ रोक के ਤੁਹਾਡੀ ਗੱਲ ਦੇ ਨਾਲ ਤੁਹਾਡੇ ਨਾਲ ਕੁਝ ਗੱਲ ਕਰਨੀ ਹੋਵੇ, ਵਾਰਤਾਲਾਪ ਕਰਨੀ ਹੋਵੇ। और मैं स्टूडियो 'ਚ ਵੀ ਬੇਨਤੀ ਕਰਦਾ ਕਿ ਕਿਸੇ ਦਾ ਫੋਨ ਉਨੀ ਦੇਰ ਤੱਕ ਨਾ ਕੱਟਿਆ ਜਾਵੇ ਜਿੰਨੀ ਦੇਰ ਉਹ ਬਦਤਮੀਜੀ ਤੇ ਨਹੀਂ ਆਉਂਦਾ। ਪਰਸਨਲ ਗੱਲਾਂ ਨੂੰ ਲੈ ਕੇ, ਘਰੇਲੂ ਗੱਲਾਂ ਨੂੰ ਲੈ ਕੇ ਜੇ ਕੋਈ ਸਾਨੂੰ ਤਾਨਾ ਮਿਹਣਾ ਮਾਰਦਾ ਤਾਂ ਫੋਨ ਬੇहद ਜ਼ਰੂਰੀ ਹੈ ਕੱਟਣਾ। लेकिन ਉਹ ਜਿੰਨੀ ਦੇਰ ਉਹਦਾ ਵਿਊ ਹੈ ਉਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਰਿਹਾ ਉਨੀ ਦੇਰ ਅਸੀਂ ਉਹਦਾ ਫੋਨ ਕਦੀ ਨਹੀਂ ਕੱਟਾਂਗੇ। ਸੋ ਆਓ ਚੱਲਦੇ ਹਾਂ, ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਬੱਦਨ ਜੀ, ਬਸਪਾ ਦਾ ਸਮਝੌਤਾ ਹੋਇਆ ਅਕਾਲੀਆਂ ਨਾਲ, ਤੁਹਾਨੂੰ ਕਿੰਨਾ ਕੁ ਚੰਗਾ ਲੱਗਦਾ ਵੀ ਇਹ ਨਿਭੂਗਾ, ਇਹ ਹੋਣਾ ਚਾਹੀਦਾ ਜਾਂ ਇਹ ਸਮੇਂ ਦੀ ਕਾਢ ਆ? ਕੀ ਦੱਸੋ, ਕੀ ਕਹੋਗੇ ਜੀ ਤੁਸੀਂ? ਕਾਂਸ਼ੀ TV ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਜੈ ਭੀਮ ਜੀ। ਅੱਜ ਦਾ ਜਿਹੜਾ ਮਸਲਾ ਚਾਲ ਸਾਹਿਬ ਨੇ ਰੱਖਿਆ ਤੇ ਮੈਂ ਤੁਹਾਡੇ ਸਾਹਮਣੇ ਆਇਆ। ਇਹਨਾਂ ਨੇ ਜਿਹੜਾ ਕੁਐਸਚਨ ਆ ਇਹ ਜਿਹੜਾ ਅਲਾਇੰਸ ਅਕਾਲੀਆਂ ਨਾਲ ਬਹੁਜਨ ਸਮਾਜ ਪਾਰਟੀ ਨੇ ਕੀਤਾ, ਦੇਖੋ ਜਿਹੜੀਆਂ ਬੈਕਗਰਾਉਂਡ ਆ ਕੋ ਪਿਛਲਾ ਜੇ ਹਿਸਟਰੀ ਨੂੰ ਥੋੜ੍ਹਾ ਜਿਹਾ ਦੇਖੋ, क्योंकि 95 ਦੇ ਵਿੱਚ ਬਾਬੂ ਕਾਂਸ਼ੀ ਰਾਮ ਜੀ ਸਾਡੇ ਮਹਾਨ ਨੇਤਾ ਜੀ, ਉਹਨਾਂ ਨੇ ਵੀ ਬਾਦਲ ਦੇ ਨਾਲ ਸਮਝੌਤਾ ਕੀਤਾ ਸੀ, ਕੱਟ ਹੋਇਆ ਸੀ। ਇਹ ਜਿਹੜੀਆਂ ਵੀ ਸ਼ਰਤਾਂ ਕਿੰਨੀਆਂ ਸੀਟਾਂ ਲਈਆਂ ਕਿੰਨੀਆਂ ਨਹੀਂ ਲਈਆਂ, ਉਹਦੇ ਬਾਅਦ ਫਿਰ ਬਾਬੂ ਕਾਂਸ਼ੀ ਰਾਮ ਨਾਲ ਫਿਰ ਜਾ ਕੇ ਸਿਮਰਨਜੀਤ ਸਿੰਘ ਮਾਨ ਨਾਲ ਦੀ ਅਲਾਇੰਸ ਕੀਤਾ, ਜਿਹੜਾ ਕਿ ਉਹ ਠੀਕ ਨਹੀਂ ਰਿਹਾ, ਬੜੀ ਬੁਰੀ ਤਰ੍ਹਾਂ ਫੇਲ ਹੋਇਆ ਜੀ। ਐਡਾ ਸਾਡਾ ਸੂਝਵਾਨ ਲੀਡਰ, ਇਹ ਪਤਾ ਨਹੀਂ ਕਿਉਂ ਕਾਹਤੇ ਕੀ ਗੱਲ ਹੋਈ, ਉਹਨਾਂ ਦਾ ਸਟੈਂਡ ਕਿਉਂ ਥਿੜਕ ਗਿਆ। ਕਿੱਡਾ ਵੱਡਾ ਸਟੈਂਡ ਸੀ, ਕਿੱਡੇ ਵੱਡੇ ਮਹਾਨ ਨੇਤਾ ਨੇ ਇਹ ਬਾਦਲ ਦੇ ਨਾਲ ਸਮਝੌਤਾ ਕਰਕੇ
ਤੇ ਮੈਨੂੰ ਕੋਈ ਪਤਾ ਨਹੀਂ ਲੱਗਾ ਵੀ ਕਿਹੜੀ ਖੱਟੀ ਸੀਗੀ ਜੀ। ਉਹ ਬਿਲਕੁਲ ਟੋਟਲੀ ਫੇਲ ਹੋਏ। ਇਹ ਦੋਨੋਂ ਹੀ ਸਮਝੌਤੇ ਇਹ ਕਿਸੇ ਪਾਸੇ ਨਹੀਂ ਲੱਗੇ ਜੀ। ਇਹ 17 ਸਾਲ ਪਹਿਲਾਂ ਦੀ ਗੱਲ ਆ, ਹੁਣ ਕਿਵੇਂ ਲੱਗਦਾ? ਹੁਣ ਦੀ ਗੱਲ ਫੇਰ ਦੇਖੋ, ਅੱਜ ਅਸੀਂ ਇਹ ਜਿਹੜਾ ਸਮਝੌਤਾ ਆ, ਮੈਂ ਇਕੱਲਾ ਨਹੀਂ ਕਹਿੰਦਾ, ਸਾਰੇ ਲੋਕ ਇਹ ਸੋਚਦੇ ਆ ਕਿ ਬਹੁਜਨ ਸਮਾਜ ਪਾਰਟੀ ਇੱਕ ਪਾਰਟੀ ਆ ਅੱਜ ਦੇ ਦਿਨ ਦੇ ਵਿੱਚ ਜਿੱਦਾਂ ਸਾਰੇ ਹਿੰਦੁਸਤਾਨ ਦੇ ਵਿੱਚ ਹਲਚਲ ਮਚੀ ਹੋ ਆ ਜੀ, ਇੱਕ ਪਾਰਟੀ ਆ। ਇੱਕ ਮੈਂ ਪੰਜਾਬ ਦੇ ਕੁਝ ਲੀਡਰਾਂ ਨੂੰ, ਭਗਵਾਨ ਸਿੰਘ ਚੌਹਾਨ ਨੂੰ ਦੇਖਿਆ, ਉਹ ਗੜੀ ਸਾਹਿਬ ਦੇਖੇ ਆ, ਜਿੰਨਾ ਹਾਰਡ ਵਰਕ ਕਰ ਰਹੇ ਆ ਜੀ। ਤੇ ਮੈਂ ਬੜਾ ਖੁਸ਼ ਹੁੰਦਾ, ਪਰ ਬੇਸ਼ੱਕ ਮੈਂ ਬੀਇੰਗ ਏ ਕਾਂਗਰਸੀ ਮੈਂ ਉਹਨੂੰ ਦੇਖਦਾ ਰਹਿੰਦਾ ਆ ਜੀ। ਉਹ ਇੰਨਾ ਹਾਰਡ ਕੰਮ, ਇੰਨੀ ਮਿਹਨਤ ਕਰ ਰਹੇ ਆ। ਅਸੀਂ ਇਹ ਚਾਹੁੰਦੇ ਆ ਬੇਸ਼ੱਕ ਜੋ ਮਰਜ਼ੀ ਹੋਵੇ, ਮੈਂ ਭਾਵੇਂ ਕਾਂਗਰਸੀ ਬੈਠਾ, ਕਿਉਂਕਿ ਉਹ ਜਿਹੜਾ ਸਮਾਜ ਦੇ ਨਾਲ ਜੁੜੇ ਆ ਜੀ, ਦਲਿਤ ਸਮਾਜ ਨਾਲ, ਜਿਹਨੂੰ ਤੁਸੀਂ ਕਹਿੰਦੇ ਆ, ਮੈਂ ਦਲਿਤ ਕਹਿਣਾ ਚੰਗਾ ਨਹੀਂ ਸਮਝਦਾ। ਜੀ। ਇਹ ਜਿਹੜਾ ਦਲਿਤ ਨਾਂ ਆ ਤਾਂ ਇਹ ਰੈਡੀਕੇਟ ਹੋਣਾ ਚਾਹੀਦਾ, ਹੋ ਵੀ ਗਿਆ, ਮੈਨੂੰ ਪਤਾ ਲੱਗਾ ਜੀ। ਇਹ ਜਿਹੜਾ ਗਰੀਬ ਸਮਾਜ ਆ ਸਾਡਾ, ਜੀ, ਇਹਦੇ ਨਾਲ ਜਿੰਨਾ ਕੁ ਕੰਮ ਕਰਦੇ ਆ ਬਹੁਤ ਵਧੀਆ ਕਰ ਰਿਹਾ। ਮੈਨੂੰ ਲੱਗਦਾ ਸੀ ਕਿ ਐਤਕੀ ਇਹ ਕਾਫੀ ਸੀਟਾਂ ਇਹ ਪੰਜਾਬ 'ਚੋਂ ਜਿੱਤਣਗੇ, ਜਿਹੜਾ ਕਿ 22 ਦਾ ਇਲੈਕਸ਼ਨ ਆ ਜੀ। ਕਿਉਂਕਿ ਪੰਜਾਬ ਦੀ ਕਾਂਗਰਸ ਗੌਰਮੈਂਟ, ਜਿਹੜੇ ਸਾਡੇ ਚੀਫ ਮਿਨਿਸਟਰ ਕੈਪਟਨ ਸਾਹਿਬ ਬੈਠੇ ਆ, ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਲਈ ਜਿਹੜੇ ਕੋਈ ਕੰਮ ਐਸਾ ਨਹੀਂ ਕੀਤਾ ਕਿ ਜਿਹੜੇ ਬੰਦੇ ਉਹਦੇ ਨਾਲ ਜੁੜ ਕੇ ਉਹ ਕਾਂਗਰਸ ਨੂੰ ਵੋਟਾਂ, ਮੈਨੂੰ ਨਹੀਂ ਲੱਗਦਾ ਉਹ ਐਤਕੀ ਪਾਉਣਗੇ ਜੀ। ਇਸ ਵੇਲੇ ਉਹ ਇੱਦਾਂ ਹੋਏਗਾ ਕਿ ਉਹਨੇ ਕਾਂਗਰਸ ਜਿੱਦਾਂ ਇਹਨਾਂ ਲੋਕਾਂ ਨਾਲ ਖਤਮ ਹੀ ਕਰਨੀ ਆ ਜੀ, ਕਿਉਂਕਿ ਜਦ ਲੋਕਾਂ ਦੇ ਕੰਮ ਹੀ ਨਹੀਂ ਹੁੰਦੇ ਜੀ, ਗਰੀਬ ਬੰਦੇ ਨੂੰ ਕੋਈ ਆ ਕੇ ਪੁੱਛਦਾ ਨਹੀਂ। ਹੁਣ 1 ਸਾਲ ਕਿੰਨੇ ਮਹੀਨੇ ਹੋ ਗਏ ਕਰੋਨਾ ਨੂੰ, ਜਿਹੜਾ ਗਰੀਬ ਆ ਐਕਸਪਲੋਇਟ ਕੀਤਾ ਗਿਆ, ਗਰੀਬ ਨੂੰ ਦਿਹਾੜੀ ਨਹੀਂ ਮਿਲਦੀ। ਜਾਂ ਤਾਂ ਉਹ ਬੰਦਿਆਂ ਨੂੰ ਜਿਹੜੇ ਦਿਹਾੜੀਦਾਰ ਆ, ਜਾਂ ਤਾਂ ਉਹਨਾਂ ਨੂੰ ਕਮ ਸੇ ਕਮ ਰੋਟੀ ਪਾਣੀ ਦਾ ਤਾਂ ਕੋਈ ਇੰਤਜ਼ਾਮ ਗੌਰਮੈਂਟ ਕਰੇ। ਦਿਹਾੜੀ ਉਹਨਾਂ ਨੂੰ ਨਹੀਂ ਮਿਲਦੀ, ਕੰਮ ਉਹਨਾਂ ਨੂੰ ਨਹੀਂ ਮਿਲਦਾ, ਭੁੱਖੇ ਮਰਨ ਦੀ ਹਾਲਤ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਕਰਕੇ ਗਰੀਬ ਲੋਕਾਂ ਦੀ ਹੋਈ ਆ ਜੀ। ਸੋ ਇਹ ਜਿਹੜੇ ਹਾਲਾਤ ਆ ਕਾਂਗਰਸ ਦੇ ਇਸ ਵੇਲੇ, ਇਹ ਲੀਡਰਾਂ ਨਾਲ, ਕਾਂਗਰਸ ਇਟਸੈਲਫ ਕਾਂਗਰਸ ਆ, ਕਾਂਗਰਸ ਪਾਰਟੀ ਕਿੰਨੀ ਪੁਰਾਣੀ 1935 ਦੀ ਉਹ ਕਿੰਨੇ ਦੀ ਉਹ ਕਾਂਗਰਸ ਪਾਰਟੀ ਚੱਲ ਰਹੀ ਆ। ਕਾਂਗਰਸ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ, ਪਰ ਜਿਹੜੀ ਮੈਨੇਜਮੈਂਟ ਮੌਕੇ ਦੀ ਆਉਂਦੀ ਆ, ਉਹ ਲੋਕਾਂ ਦਾ ਕੰਮ ਕਿਸ ਤਰ੍ਹਾਂ ਨਿਭਾਉਂਦੇ ਆ, ਕਿਸ ਤਰ੍ਹਾਂ ਕਰਦੇ ਆ, ਜਿਹੜਾ ਕਿ ਇਹਨਾਂ 4 ਸਾਲਾਂ ਦੇ ਵਿੱਚ ਜਿਹੜਾ ਲੋਕਾਂ ਦੇ ਜਿਹੜੇ ਕੰਮ ਨਹੀਂ ਹੋਏ, ਲੋਕਾਂ ਕੋਲ ਇੱਕ ਵਾਰੀ ਜਿੱਤ ਕੇ ਕੋਈ ਲੋਕਾਂ ਦੀ ਕਿਸੇ ਦੀ ਇਨੀ ਖਬਰਸਾਰ ਨਹੀਂ ਲਈ ਜੀ। ਇਹਨੂੰ ਮੈਂ ਬਿਲਕੁਲ ਟੋਟਲੀ ਕੰਡੈਮ ਕਰਦਾ ਆ। ਤੇ ਅੱਜ ਦਾ ਜਿਹੜਾ ਹੁਣ ਤੁਸੀਂ ਸਮਝੌਤੇ ਦੀ ਗੱਲ ਕਰਦੇ ਆ, ਇਹ ਜੇ ਥੋੜੇ ਤਕੜੇ ਹੋ ਕੇ ਅਲਾਈਅੰਸ ਦੇ ਨਾਲ, ਇੱਕ ਗੱਲ ਆ ਦੇਖੋ, ਉਹਨਾਂ ਨੂੰ ਵੋਟਾਂ ਦੀ ਲੋੜ ਸੀ, ਗਰੀਬ ਲੋਕਾਂ ਦੀ, ਸਾਡੇ ਸਮਾਜ ਦੀ, ਜਿਹੜਾ ਹੈਗਾ ਰਵਿਦਾਸੀਆ ਸਮਾਜ ਹੈਗਾ ਜੀ, ਉਹ ਲੋੜ ਸੀਗੀ। ਉਹਨੇ ਕਿਸੇ ਨਾ ਕਿਸੇ ਤਰ੍ਹਾਂ, ਹੁਣ ਇਹਨਾਂ ਨੂੰ ਫਾਈਨੈਂਸ ਦੀ ਲੋੜ ਸੀ ਮਾਇਆਵਤੀ ਨੂੰ ਜੀ, ਉੱਦਾਂ ਤਾਂ ਹੁੰਦਾ ਹੀ ਨਹੀਂ ਸਮਝੌਤਾ ਜੀ। ਸਮਝੌਤਾ ਪਹਿਲਾਂ ਵੀ ਇੱਦਾਂ ਹੀ ਹੋਇਆ ਸੀ 95 ਵਿੱਚ ਜੀ, ਤੇ ਅਖੀਰ ਉਹ ਕਿੱਥੇ ਗਿਆ। ਹੁਣ ਅੱਜ ਵੀ ਜੇ ਸਮਝੌਤਾ ਹੋਇਆ, ਇਹ ਜਿਸ ਤਰ੍ਹਾਂ ਵੀ ਹੋਇਆ, ਇਹਨਾਂ ਨੂੰ ਵੋਟਾਂ ਚਾਹੀਦੀਆਂ ਸੀ ਗਰੀਬ ਸਾਡੇ ਲੋਕਾਂ ਦੀਆਂ, ਤੇ ਉਧਰ ਉਹਨਾਂ ਨੂੰ ਫਾਈਨੈਂਸ ਚਾਹੀਦਾ ਸੀ ਜੀ। ਇਹ ਸਹੀ ਹੋ ਜਾਏ ਜਾਂ ਚੰਗਾ ਹੋ ਜਾਏ, ਪਰ ਇਹ ਜਿਹੜੀ ਹੈ ਬਹੁਜਨ ਸਮਾਜ ਪਾਰਟੀ ਇਸ ਵਾਰੀ ਇਹਦੇ ਸਮਝੌਤੇ ਨਾਲ ਮੈਨੂੰ ਪਤਾ ਸੀਟਾਂ ਅੱਗੇ ਨਾਲੋਂ ਕੁਝ ਜ਼ਿਆਦਾ ਲੈ ਜਾਊਗੇ ਜੀ ਬਹੁਜਨ ਸਮਾਜ ਪਾਰਟੀ ਜੀ। ਜੱਖੂ ਜੀ, ਬੱਦਨ ਸਾਹਿਬ ਜੀ ਨੇ ਸਵਾਲ ਰੱਖੇ ਨੇ ਕਿ ਜਿਹੜਾ ਪਹਿਲਾਂ ਸਮਝੌਤਾ ਕੀਤਾ ਸੀ 17 ਸਾਲ ਪਹਿਲਾਂ, ਜੇ ਆਪਾਂ ਗੱਲ ਕਰੀਏ, ਉਹਦੇ 'ਚੋਂ ਕੁਝ ਖੱਟਿਆ ਨਹੀਂ, ਲੇਕਿਨ ਮੈਨੂੰ ਲੱਗਦਾ ਕਿ 3 ਸੀਟਾਂ ਉਹਨਾਂ 'ਚੋਂ ਆਪਾਂ ਨੂੰ ਮਿਲੀਆਂ ਸੀ। ਆਪਾਂ ਦਾ ਮਤਲਬ BSP ਨੂੰ ਸੀਟਾਂ ਮਿਲੀਆਂ ਸੀ ਜੀ। ਹੁਸ਼ਿਆਰਪੁਰ, ਫਿਲੌਰ ਅਤੇ ਸ਼ਾਇਦ ਇੱਕ ਹੋਰ ਜੀ। ਸੋ ਇਸ ਵਾਰੀ ਦਾ ਜਿਹੜਾ ਸਮਝੌਤਾ, ਇਹ ਇਹਨਾਂ ਦੇ ਕਹਿਣ ਅਨੁਸਾਰ ਵੀ ਜੇ ਆਪਣੇ ਤੌਰ 'ਤੇ ਲੜ ਲੈਂਦੇ ਤਾਂ ਵਧੀਆ ਜ਼ਿਆਦਾ ਸੀਟਾਂ ਕੱਢਦੇ।
ਮੈਂ ਇਹ ਸਮਝਦਾ ਜੀ। ਬਿਲਕੁਲ ਤੁਸੀਂ ਕੀ ਕਹਿੰਦੇ? ਤੇ ਸਭ ਤੋਂ ਪਹਿਲਾਂ ਕਾਂਚੀ ਟੀਵੀ ਦੇਖ ਰਹੇ ਯੂਰਪ ਅਤੇ ਯੂਕੇ ਦੇ ਦਰਸ਼ਕਾਂ ਨੂੰ ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਸੋ ਅੱਜ ਦਾ ਵਿਸ਼ਾ ਕਾਂਚੀ ਟੀਵੀ ਤੇ ਚਾਹਲ ਸਾਹਿਬ ਲੈ ਕੇ ਆਏ ਆ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਝੌਤੇ ਨੂੰ ਲੈ ਕੇ। ਸੋ ਮੈਂ ਧੰਨਵਾਦ ਕਰਦਾ ਬੱਦਨ ਸਾਹਿਬ ਦਾ ਜਿਨ੍ਹਾਂ ਨੇ ਆਪਣੀ ਥੋੜ੍ਹੀ ਬਹੁਤੀ ਗੱਲ ਰੱਖੀ ਆ। ਸੋ ਨਾਲ ਹੀ ਮੈਂ ਉਹਨਾਂ ਨੂੰ ਇੱਕ ਦੋ ਜਿਹੜੀਆਂ ਉਹਨਾਂ ਨੇ ਤਰੁੱਟੀਆਂ ਜਾਂ ਅਧੂਰੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਆ, ਸੋ ਉਹਨਾਂ ਨੂੰ ਮੈਂ ਉਹ ਦਰੁਸਤ ਕਰਾ ਦੇਵਾਂ। ਸੋ 1996 'ਚ ਜਿਹੜਾ ਸਮਝੌਤਾ ਸਾਡਾ ਹੋਇਆ ਸੀ, ਲੋਕ ਸਭਾ ਦਾ ਸਮਝੌਤਾ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ, ਜਿਹਦੇ ਵਿੱਚੋਂ 3 ਸੀਟਾਂ ਬਹੁਜਨ ਸਮਾਜ ਪਾਰਟੀ ਨੇ ਜਿੱਤੀਆਂ ਸੀ, 8 ਸੀਟਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਿੱਤੀਆਂ ਸੀ 13 ਦੇ ਵਿੱਚੋਂ, ਤੇ ਕਾਂਗਰਸ ਦੇ ਹਿੱਸੇ 1 ਸੀਟ ਆਈ ਸੀ ਤੇ 1 ਸੀਟ ਸੀਪੀਐਮ ਦੇ ਖਾਤੇ ਆਈ ਸੀ। ਉਸ 96 ਦਾ ਸਮਝੌਤਾ ਕਾਂਗਰਸ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਹਰਾਇਆ ਸੀ। ਸੋ ਉਹ ਸਾਡਾ ਸਮਝੌਤਾ ਬਹੁਤ ਵਧੀਆ ਔਰ ਸਫਲ ਸਮਝੌਤਾ ਹੋਇਆ ਸੀ, ਜਿਹਦੇ 'ਚ ਬਹੁਜਨ ਸਮਾਜ ਪਾਰਟੀ ਦੇ 3 MP ਬਣੇ ਸੀ। ਸੋ ਉਸ ਤੋਂ ਪਹਿਲਾਂ ਇਹਨਾਂ ਨੇ ਗੱਲ ਕੀਤੀ ਆ ਸਿਮਰਜੀਤ ਸਿੰਘ ਮਾਨ ਨਾਲ 1999 'ਚ ਸਾਡਾ ਸਮਝੌਤਾ ਹੋਇਆ, ਉਹ ਵੀ ਲੋਕ ਸਭਾ ਦਾ ਹੋਇਆ ਸੀ 1999 'ਚ। ਉਹਦੇ ਵਿੱਚ ਵੀ ਬਹੁਜਨ ਸਮਾਜ ਪਾਰਟੀ ਨੂੰ 1 ਸੀਟ ਫਲੋਰ ਦੀ ਮਿਲੀ ਸੀਗੀ ਲੋਕ ਸਭਾ ਦੀ, ਬਾਕੀ ਸੀਟਾਂ ਜਿਹੜੀਆਂ ਆਪਣੇ ਸ਼੍ਰੋਮਣੀ ਅਕਾਲੀ ਦਲ ਮਾਨ ਨੂੰ ਮਿਲੀਆਂ ਸੀਗੀਆਂ। ਸੋ ਦੋਨੇ ਸਮਝੌਤੇ ਵਧੀਆ ਹੋਏ। ਔਰ ਤੀਸਰਾ ਸਮਝੌਤਾ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਨਾਲ ਹੋਇਆ ਸੀ, ਜਿਹਦੇ ਵਿੱਚ ਸਾਨੂੰ ਕੋਈ ਸੀਟ ਨਹੀਂ ਮਿਲੀ। ਉਹ ਸਮਝੌਤਾ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀਆਂ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਦੇ ਨਾਲ। ਇਹ ਸਮਝੌਤੇ ਲਗਭਗ 25 ਸਾਲ ਪਹਿਲਾਂ ਦੀ ਗੱਲ ਹੈ। ਮੈਂ ਸ਼ੁਰੂ 'ਚ ਜਿਹੜਾ ਸ਼ੇਅਰ ਬੋਲਿਆ ਸੀ ਉਹ ਇਸੇ ਲਈ ਉਹਨੂੰ ਜੀ ਉਹਦਾ ਤਾਲਮੇਲ ਇਸੇ ਵਿੱਚ ਬੈਠਦਾ ਕਿ ਮੁਹੱਬਤ ਕਰ ਤੋਂ ਲਈ ਲੇਕਿਨ ਮੁਹੱਬਤ ਰਾਸ ਆਏ ਵੀ। ਕੀ ਇਹ ਜਿਹੜੀ ਨਵੀਂ ਮੁਹੱਬਤ ਅਸੀਂ ਕੀਤੀ ਆ ਅਕਾਲੀ ਦਲ ਨਾਲ, ਕੀ ਇਹ ਸਾਨੂੰ ਰਾਸ ਵੀ ਆਏਗੀ? ਕਿਉਂਕਿ ਬਹੁਤ ਦੇਰ ਦੇ ਅਸੀਂ ਤਰਸਦੇ ਸੀ ਜਦੋਂ ਵੀ ਗੱਲ ਹੁੰਦੀ ਅਕਾਲੀਆਂ ਨੇ ਕਿਉਂ ਨਹੀਂ ਕੀਤਾ। ਈਵਨ ਕਿ ਇੱਥੋਂ ਤੱਕ ਵੀ ਕਿਹਾ ਕਰੀਮਪੁਰੀ ਨੇ ਵੀ ਦਿਖਾ ਲਓ ਵੀ ਤੁਹਾਡੇ ਕੋਲ ਕੀ ਹੈ, ਚਲੋ ਮੈਂ ਜਾਣਦਾ ਅਕਾਲੀਆਂ ਨਾਲ ਕਰ ਲੈਂਦੇ ਹਾਂ, ਕਾਂਗਰਸ ਨਾਲ ਕਰ ਲੈਂਦੇ ਹਾਂ। ਪਹਿਲਾਂ ਇਸ ਵੀ ਹੁੰਦਾ ਨਹੀਂ ਸੀ। ਮੈਂ ਸ਼ੇਰ ਦਾ ਮਤਲਬ ਇਹ ਸੀ ਵੀ ਮੁਹੱਬਤ ਇਹ ਹੁਣ ਰਾਸ ਆਏਗੀ ਸਾਨੂੰ, ਕਿਉਂਕਿ ਬਹੁਤ ਦੇਰ ਦੇ ਇਹ ਜਿਹੜੇ ਸਾਏ ਆ ਇਹ ਜ਼ੁਲਫਾਂ ਦੇ ਇੱਕ ਪਾਰਟੀ ਦੇ ਇਹ ਆਲੇ ਦੁਆਲੇ ਘਿਰੇ ਹੋਏ ਨੇ। ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਇਹ ਬਿਲਕੁਲ ਧੰਨਵਾਦ ਤੁਹਾਡਾ ਚਾਹਲ ਸਾਹਿਬ। ਮੈਂ ਆਪਣੀ ਗੱਲ ਕੰਪਲੀਟ ਕਰਨ ਦਿਓ ਮੈਨੂੰ, ਮੈਂ ਉਸੇ ਗੱਲ 'ਤੇ ਆ ਰਿਹਾ। ਸੋ 25 ਸਾਲ ਬਾਅਦ ਸਾਡਾ ਸਮਝੌਤਾ ਹੋਇਆ 1996 ਤੋਂ ਬਾਅਦ ਅੱਜ 2022 ਦੀਆਂ ਚੋਣਾਂ ਨੂੰ ਲੈ ਕੇ 25 ਸਾਲ ਬਾਅਦ ਸਮਝੌਤਾ ਹੋਇਆ ਜਿਹੜੀ ਆਪਣੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਨਾਲ। ਹਮੇਸ਼ਾ ਬਹੁਜਨ ਸਮਾਜ ਪਾਰਟੀ ਦੀ ਇਹ ਨੀਤੀ ਰਹੇ ਆ, ਜਿਹੜੀਆਂ ਨੈਸ਼ਨਲ ਪਾਰਟੀਆਂ ਸਾਡੀ ਲੜਾਈ ਸੈਂਟਰ ਦੀ ਆ, ਬੀਜੇਪੀ ਤੇ ਕਾਂਗਰਸ ਨਾਲ ਲੜਾਈ ਆ, ਖੇਤਰੀ ਪਾਰਟੀਆਂ ਨਾਲ ਅਕਸਰ ਅਸੀਂ ਸਮਝੌਤੇ ਕਰਦੇ ਆਉਂਦੇ ਹਾਂ ਤੇ ਇਹਨਾਂ ਸਮਝੌਤਿਆਂ ਦੀ ਬਦੌਲਤ ਹੀ ਅੱਗੇ ਵਧਦੇ ਹਾਂ। ਇਹ ਸਮਝੌਤੇ ਯੂਪੀ 'ਚ ਵੀ ਹੋਇਆ, ਉੱਤਰਾਖੰਡ 'ਚ ਹੋਇਆ, ਹਰਿਆਣੇ 'ਚ ਹੋਏ ਆ, ਬਿਹਾਰ 'ਚ ਹੋਇਆ, ਝਾਰਖੰਡ 'ਚ ਹੋਇਆ। ਸੋ ਖੇਤਰੀ ਪਾਰਟੀ ਨਾਲ ਸਮਝੌਤੇ ਜਿਹੜੇ ਸਾਡੇ ਲਗਾਤਾਰ ਹੁੰਦੇ ਆ, ਸਾਨੂੰ ਉਹਦੇ 'ਚ ਫਾਇਦਾ ਹੁੰਦਾ। 25 ਸਾਲ ਬਾਅਦ ਅੱਜ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਮਝੌਤਾ ਹੋਇਆ, ਬਿਲਕੁਲ ਵਧੀਆ ਸਮਝੌਤਾ ਹੋਇਆ। ਅਸੀਂ ਇਸ ਸਮਝੌਤੇ ਦਾ ਸਵਾਗਤ ਕਰਦੇ ਹਾਂ ਔਰ ਇੱਕ ਵਾਰੀ ਬਹੁਜਨ ਸਮਾਜ ਪਾਰਟੀ ਨੂੰ ਖਾਤਾ ਖੋਲ੍ਹਣ ਲਈ, ਆਪਣੀ ਸ਼ਾਖ ਬਚਾਉਣ ਲਈ ਬਹੁਤ ਵਧੀਆ ਮੌਕਾ ਮਿਲਿਆ, ਇੱਕ ਗੋਲਡਨ ਚਾਂਸ ਆ। ਪਿਛਲੇ 25 ਸਾਲ ਤੋਂ ਅਸੀਂ ਇਕੱਲੇ ਇਲੈਕਸ਼ਨਾਂ ਲੜਦੇ ਆ ਰਹੇ, ਅੱਜ ਤੱਕ ਅਸੀਂ ਆਪਣਾ MLA 96 ਤੋਂ ਬਾਅਦ ਨਹੀਂ ਜਿਤਾ ਸਕੇ। ਉਹਦਾ ਕਾਰਨ ਇਹ ਹੈ ਬਾਕੀ ਪਾਰਟੀਆਂ ਸਮਝੌਤੇ ਨਾਲ ਲੜਦੀਆਂ ਸੀ। ਕਾਂਗਰਸ CPM CPI ਨਾਲ ਸਮਝੌਤਾ ਕਰ ਲੈਂਦੀ ਸੀ, ਸ਼੍ਰੋਮਣੀ ਅਕਾਲੀ ਦਲ ਬਾਦਲ BJP ਨਾਲ ਸਮਝੌਤਾ ਕਰ ਲੈਂਦੀ ਸੀ, ਆਮ ਆਦਮੀ ਪਾਰਟੀ ਉਦੋਂ ਬਾਅਦ ਅਸੀਂ ਇਕੱਲੇ ਰਹਿ ਜਾਂਦੇ। ਜਦੋਂ ਦੋ ਭਲਵਾਨ ਘੁਲਦੇ ਆ ਤੇ ਇਕੱਲੇ ਨੇ ਤਾਂ ਢਹਿਣਾ ਹੀ ਆ। ਸੋ 25 ਸਾਲ ਅਸੀਂ ਆਪਣਾ ਤਜਰਬਾ ਕਰਕੇ ਦੇਖ ਲਿਆ, 25 ਸਾਲਾਂ 'ਚ ਅਸੀਂ ਜਿੱਤ ਨਹੀਂ ਸਕੇ। ਸੋ ਇਸ ਸਮਝੌਤੇ ਦੇ ਬਹੁਜਨ ਸਮਾਜ ਪਾਰਟੀ ਨੂੰ ਬਹੁਤ ਫਾਇਦਾ ਹੋਵੇਗਾ ਔਰ ਬਹੁਤ ਵੱਡੀ ਜਿੱਤ ਵੀ ਹੋਗੀ। ਸਾਨੂੰ ਖਾਤਾ ਖੋਲ੍ਹਣ ਦੇ ਲਈ ਵਿਧਾਨ ਸਭਾ 'ਚ ਹਾਥੀ ਭੇਜਣ ਦੇ ਲਈ ਬਹੁਤ ਵਧੀਆ ਚਾਂਸ ਹੈ। ਸੋ ਨਾਲ ਦੀ ਨਾਲ ਇੱਕ ਮੈਂ ਹੋਰ ਬੱਦਨ ਸਾਹਿਬ ਨੂੰ ਇਹ ਗੱਲ ਮੈਂ ਇਹਨਾਂ ਦੇ ਧਿਆਨ 'ਚ ਲਿਆਉਣੀ ਚਾਹੁੰਦਾ ਔਰ ਅੱਗੇ ਤੋਂ ਇਸ ਗੱਲ ਦਾ ਜ਼ਰੂਰ ਸਹੀ ਤਰੀਕੇ ਨਾਲ ਜਾਣਕਾਰੀ ਲੈ ਕੇ ਇਸ ਸਮਝੌਤੇ 'ਤੇ ਇੱਕ ਪੈਣੀ ਵੀ ਭੈਣ ਜੀ ਨੂੰ ਜੇ ਲਈਏ ਸਿੱਧ ਕਰ ਦੇਣ ਤੇ ਅਸੀਂ ਵਸਪਾ ਦੀ ਗੱਲ ਕਰਨੀ ਛੱਡ ਦਾਂਗੇ। ਕੋਈ ਪੈਸਾ ਨਹੀਂ ਲਿਆ ਗਿਆ ਅੱਜ ਤੱਕ ਜਿੰਨੇ ਵੀ ਸਮਝੌਤੇ ਹੋਏ ਆ, ਕਦੇ ਪੈਸਿਆਂ ਨਾਲ ਭੈਣ ਜੀ ਸਮਝੌਤਾ ਨਹੀਂ। ਭੈਣ ਜੀ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਖੇਤਰੀ ਪਾਰਟੀ ਆ ਜਿਹੜੀ ਰਾਜਪੁਰੇ ਤੋਂ ਜਾ ਕੇ ਬਾਅਦ ਖਤਮ ਹੁੰਦੀ। ਸਾਡੀ ਨੈਸ਼ਨਲ ਪਾਰਟੀ 3 ਨੰਬਰ ਦੀ ਪਾਰਟੀ ਆ ਔਰ ਪੰਜਾਬ ਦੇ 6 ਸਟੇਟਾਂ ਵਰਗੀ 4 ਵਾਰੀ ਮੁੱਖ ਮੰਤਰੀ ਰਹੀ ਆ ਸਾਡੀ ਭੈਣ ਜੀ। ਸੋ ਇਸ ਕਰਕੇ ਬਹੁਜਨ ਸਮਾਜ ਪਾਰਟੀ ਬਿਲਕੁਲ ਪੈਸੇ ਦੇ ਨਾਲ ਕੋਈ ਸਮਝੌਤਾ ਨਹੀਂ ਹੋਇਆ। ਇਹ ਸਮਝੌਤਾ ਵਿਚਾਰਕ ਸਮਝੌਤਾ ਆ ਸਾਡਾ, ਜਿਹੜਾ ਸਮਾਜਿਕ ਤੇ ਆਰਥਿਕ ਮੁਕਤੀ ਨੂੰ ਲੈ ਕੇ ਸਮਝੌਤਾ, ਇੱਕ ਰਾਜਨੀਤਿਕ ਸਮਝੌਤਾ ਹੋਇਆ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਪੈਸੇ ਲੈ ਕੇ ਬਿਲਕੁਲ ਸਮਝੌਤਾ ਨਹੀਂ ਕੀਤਾ ਗਿਆ। ਪੰਜਾਬ ਦੇ ਵਿੱਚ ਚਲੋ ਬੱਦਨ ਸਾਹਿਬ ਜੀ ਦਲਤ ਸ਼ਬਦ ਨੂੰ ਨਹੀਂ ਮੰਨਦੇ, ਅਸੀਂ ਹਜੇ ਉਹਨੂੰ ਰੱਖਾਂਗੇ ਇਸ ਲਈ ਕਿਉਂਕਿ ਦੱਬੇ ਹੋਏ ਲੱਲਾ ਲਤਾੜੇ ਹੋਏ ਤੱਤਾ ਤੋੜੇ ਹੋਏ ਲੋਕ ਜੀ।
ਉਹਨਾਂ ਦੇ ਵਿੱਚ ਜਦੋਂ ਇੱਦਾਂ ਆਵਾਜ਼ ਮਾਰਨੀ ਵੀ ਦਲਿਤ ਆ ਜਾਣ, ਉਹਨਾਂ 'ਚ ਬਾਲਮੀਕ ਸਮਾਜ ਭਾਈਚਾਰਾ, ਝੀਰ ਭਾਈਚਾਰਾ ਜਾਂ ਹੋਰ ਭਾਈਚਾਰੇ ਜਿੰਨੇ ਵੀ ਆ, ਉਹ ਦੱਬੇ ਹੋਏ, ਲਤਾੜੇ ਹੋਏ, ਤੋੜੇ ਹੋਏ ਲੋਕ ਇਕੱਠੇ ਹੋ ਜਾਂਦੇ ਇੱਕ ਨਾਂ ਦੇ ਥੱਲੇ ਬਾਰ-ਬਾਰ ਨਾਂ ਲੈਣ ਨਾਲੋਂ। ਤਾਂ ਅਸੀਂ ਸ਼ਬਦ ਨੂੰ ਹਜੇ ਯੂਜ਼ ਕਰਾਂਗੇ। ਸੋ ਮੈਂ ਇਹ ਕਹਿ ਰਿਹਾ ਕਿ ਜਿਹੜੇ ਦਲਿਤ ਸਮਾਜ ਦੇ ਲੋਕ ਆ ਉਹ 25% ਹੈ ਪੰਜਾਬ 'ਚ ਜੀ। ਜਿਹੜਾ ਸਿੱਖ ਭਾਈਚਾਰਾ ਉਹ 2% ਹੈ। ਨਹੀਂ ਚਾਲ ਸਾਹਿਬ ਤੁਸੀਂ ਮੈਨੂੰ ਦਰੁਸਤ ਕਰੋ। ਠੀਕ ਹੈ, ਦੇਖੋ ਜਿਹੜਾ ਦਲਿਤ ਸ਼ਬਦ ਹੈ ਇਹ ਸੰਵਿਧਾਨਿਕ ਸ਼ਬਦ ਨਹੀਂ, ਬਿਲਕੁਲ ਬਦਨ ਸਾਹਿਬ ਨੇ ਗੱਲ ਸਹੀ ਕਹੀ, ਇਹ ਸ਼ਡਿਊਲ ਕਾਸਟ ਸ਼ਬਦ ਹੈ। ਬਹੁਜਨ ਸਮਾਜ ਹਾਂ ਨਹੀਂ, ਸ਼ਡਿਊਲ ਕਾਸਟ ਸੰਵਿਧਾਨਿਕ ਸ਼ਬਦ ਜਿਹੜਾ ਸਾਡਾ ਸ਼ਡਿਊਲ ਕਾਸਟ ਹੈ। ਸ਼ਡਿਊਲ ਕਾਸਟ ਦੀ ਜਿਹੜੀ ਆਬਾਦੀ ਪੰਜਾਬ 'ਚ 32% ਆ। 2011 ਦੀ ਮਰਦਮਸ਼ੁਮਾਰੀ ਲੈ ਕੇ 32 ਤੇ ਚੱਲ ਗਿਆ। ਹਾਂਜੀ 32% ਸਾਡੀ ਆ, ਜਿਹਦੇ ਵਿੱਚ ਐਸਸੀ ਦੇ ਵਿੱਚ ਬਾਲਮੀਕ, ਆਤਰਮੀ ਤੇ ਚੁਲਾਹਾ 3 ਕਾਸਟਾਂ ਆ ਜਾਂਦੀਆਂ ਜੀ। ਇਸ ਸਵਾਲ ਮੈਂ 25 ਤੇ ਖੜਾ ਸੀ ਕਿਉਂਕਿ ਇਹ 32% ਇਹ ਗੜੀ ਦੀ ਸਟੇਟਮੈਂਟ ਹੈ। 25 ਅਸੀਂ 32 ਤੇ ਆ ਜਾਂਦੇ ਹਾਂ ਜੀ। ਗੜੀ ਜੀ ਕਹਿ ਰਹੇ ਨੇ ਕਿ ਅਸੀਂ 32% ਪੰਜਾਬ ਦੇ ਵਿੱਚ ਇਹ ਦਲਿਤ ਸ਼ਬਦ ਨਾ ਵਰਤ ਲਈਏ, ਬਹੁਜਨ ਭਾਈਚਾਰਾ ਵਰਤ ਜੀ ਜੀ ਬਿਲਕੁਲ ਇਹ ਸਮਾਜ ਹੈਗਾ ਹੈ। ਔਰ 2% ਸਿੱਖ, 2% ਸਿੱਖ ਜਿਹੜਾ ਆ ਪਿਛਲੇ ਕਿੰਨੇ ਜ਼ਿਆਦਾ ਦੇਸ਼ ਆਜ਼ਾਦ ਹੋਇਆ ਉਹ ਪੰਜਾਬ ਤੇ ਰਾਜ ਕਰ ਰਿਹਾ ਜੀ। ਜਿਹੜੀਆਂ ਵਿਚਲੀਆਂ ਸੀਟਾਂ ਆ ਜਿਹੜੀਆਂ ਬਾਬਾ ਸਾਹਿਬ ਨੇ ਦਿੱਤੀਆਂ ਉਹ ਹੀ ਮਿਲ ਰਹੀਆਂ ਸਾਨੂੰ। ਉਹਨਾਂ ਤੋਂ ਬਿਨਾਂ ਜਿੱਥੇ ਵੀ ਬਾਬਾ ਸਾਹਿਬ ਦੀ ਦਿੱਤੀ ਹੋਈ ਰਿਜ਼ਰਵੇਸ਼ਨ ਤੋਂ ਬਿਨਾਂ ਕੋਈ ਸੀਟ ਸਾਨੂੰ ਅੱਜ ਤੱਕ ਨਹੀਂ ਮਿਲੀ। ਮੈਂ ਇਸ ਗੱਲ ਨਾਲ ਸਹਿਮਤ ਹਾਂ। ਹੁਣ 2% ਦੇ ਕੋਲ ਸਾਧਨ ਬਹੁਤ ਆ। ਮੈਂ ਇਹਨਾਂ ਵਾਲੀ ਗੱਲ ਦੇ ਨਾਲ ਨਾਲ ਜਿਵੇਂ 2% ਦੇ ਕੋਲ ਸਾਧਨ ਹੈ ਤੇ 32% ਕੋਲ ਸਾਧਨ ਨਹੀਂ ਹੈ। ਹੁਣ 2% ਤੇ 32% ਜਦੋਂ ਰਲੇਗਾ ਸਾਧਨ ਉਧਰ ਜਾਣਗੇ। 2% ਸਾਧਨ ਦੇਗਾ, 32% ਆਪਣੀ ਤਾਕਤ ਦੇਗਾ, ਤੇ ਅਸੀਂ ਪਾਰਟੀ ਜਿਹੜੀ ਆ ਇਹ ਕਿਉਂ ਨਾ ਮੰਨ ਸਕਾਂਗੇ ਵੀ ਕਿਤੇ ਨਾ ਕਿਤੇ ਸੀ ਸਾਨੂੰ ਇਹਦੀ ਹੈਲਪ ਦੀ ਲੋੜ ਆ ਜੋ ਵਧਣ ਹੋਣੀ ਗਈ ਜੀ। ਮੈਂ ਸਿੱਧੇ ਤੌਰ ਤੇ ਪੈਸੇ ਦੀ ਗੱਲ ਨਾ ਕਰਦਾ ਹੋਇਆ ਵੀ ਇੱਕ ਤਰੀਕੇ ਦੇ ਨਾਲ ਅਸੀਂ ਮੰਨੀਏ ਵੀ ਜਿਹੜੇ ਸਾਡੇ ਕੋਲ ਸਾਧਨ ਨਹੀਂ ਅਸੀਂ ਤਾਂ ਪਿੱਛੇ ਰਹਿ ਰਹੇ ਹਾਂ। ਮੰਨ ਲਓ ਤੁਸੀਂ ਘਰ ਬਣਾਉਣਾ, ਤੁਹਾਡੀ ਜੇਬ 'ਚ ਪੈਸੇ ਪਏ, ਤੁਸੀਂ ਐਦਾਂ ਬਣਾ ਲੈਣਾ, ਜੇ ਨਹੀਂ ਆ ਹੌਲੀ ਹੌਲੀ ਬਣਾਉਣਾ। ਬਿਲਕੁਲ ਜੀ, ਉਹ ਸਾਧਨ ਨਹੀਂ ਹੈ। ਹੁਣ ਇਹ ਸਾਧਨ ਮਿਲ ਗਏ 2% ਦੇ, 32% ਦੇ। ਇਹਦੇ ਨਾਲ ਕੀ ਅਸੀਂ ਕਿਤੇ ਨਾ ਕਿਤੇ ਮਹਿਸੂਸ ਨਹੀਂ ਕਰ ਰਹੇ ਬਈ ਸ਼ਾਇਦ ਜਾਂ ਦੂਸਰਾ ਬੰਦਾ ਜਾਂ ਵਧਣ ਹੋਣੀ ਜਾਂ ਹੋਰ ਇਹ ਮਹਿਸੂਸ ਕਰ ਰਿਹਾ ਬਈ ਇਹਨਾਂ ਨੂੰ ਪੈਸੇ ਮਿਲ ਗਏ? ਨਹੀਂ, ਇਸ ਤਰ੍ਹਾਂ ਚਾਲ ਸਾਹਿਬ ਨੇ ਗੱਲ 2% ਤੁਸੀਂ ਸਿੱਖ ਕਮਿਊਨਿਟੀ ਦੀ ਗੱਲ ਕੀਤੀ ਆ। ਮੈਂ ਰਾਈਟ, ਇੱਕ ਸਕਿੰਡ ਹੀ ਚੱਲ ਰਿਹਾ ਜੀ। ਪੰਜਾਬ ਦੇ ਸਿੱਖ ਹੀ ਰਾਜ ਕਰ ਰਿਹਾ। ਦੇਖੋ ਜਿਹੜਾ ਸ਼ਡਿਊਲ ਕਾਸਟ 32 ਤੋਂ 34% ਮੈਂ ਤੁਹਾਨੂੰ ਦੱਸਿਆ, ਉਹ ਮਤਲਬ ਜ਼ਰੂਰੀ ਨਹੀਂ ਕਿ ਜੱਟ ਕਮਿਊਨਿਟੀ ਦੀ ਗੱਲ ਤੁਸੀਂ ਕੀਤੀ 2% ਦੀ, ਤੇ ਸਿੱਖ ਦੇ ਵਿੱਚ ਸਾਡੇ ਮਤਲਬ 6743 ਜਾਤਾਂ ਜੋ ਝੀਰ, ਸਿੰਬਾ, ਨਾਈ, ਘੁਮਾਰ, ਜਲਾਹੇ ਵੀ ਆ ਜਾਂਦੇ ਆ। ਸਿੱਖ ਧਰਮ ਨੂੰ ਸਿਰਫ ਇੱਕ ਜੱਟ ਹੀ ਨਹੀਂ ਮੰਨਦਾ। ਜਦੋਂ ਵੀ ਇਲੈਕਸ਼ਨ ਹੁੰਦੀ ਆ ਮਤਲਬ ਪੰਜਾਬ ਦੀ, ਉਹਦੇ 'ਚ ਪੰਥ ਨੂੰ ਖਤਰਾ ਕਹਿ ਕੇ ਇਲੈਕਸ਼ਨ ਲੜੀ ਜਾਂਦੀ ਆ। ਉਹ ਕਮਾਂਡ ਠੀਕ ਆ 2% ਕਰਦਾ ਆ, ਉਹਨਾਂ ਦੇ ਕੋਲ ਕਮਾਂਡ ਆ, ਤੇ ਵੋਟ ਸਿਰਫ ਉਹਨਾਂ ਦੀ ਨਹੀਂ ਜਿੱਤਦਾ। ਲੇਖਰਾਜ ਜੀ ਉਹ ਵਿਅਕਤੀ ਦੱਸੋ, ਚਾਹੇ ਉਹ ਅਕਾਲੀਆਂ ਦੇ ਵਿੱਚ ਆ, ਚਾਹੇ ਭਾਜਪਾ ਦੇ ਵਿੱਚ ਆ, ਮਾਫ ਕਰਨਾ ਇਹਦੇ ਵਿੱਚ ਬੀਜੇਪੀ ਬਸਪਾ ਚ, ਅਕਾਲੀਆਂ ਤੇ ਕਾਂਗਰਸ, ਉਹਨਾਂ ਦੇ ਵਿੱਚ ਉਹ ਇੱਕ ਵਿਅਕਤੀ ਦਾ ਮੈਨੂੰ ਇਸ਼ਾਰਾ ਕਰੋ ਬਈ ਜੱਟ ਬਰਾਦਰੀ, ਸਿੱਖ ਬਰਾਦਰੀ ਦੇ ਵਿੱਚੋਂ ਬਿਨਾਂ ਵੀ ਹੈ ਇਹ ਜਿਹੜੇ ਸਿੱਖ। ਮੈਂ ਹੋਰ ਇੱਕ ਤਰੀਕੇ ਨਾਲ ਤੁਹਾਨੂੰ ਦੱਸਦਾ ਵੀ ਜਦੋਂ ਬਿੱਟੂ ਨੇ ਇਹ ਕਹੀ ਆ ਗੱਲ ਬਈ ਇਹ ਉਹਨਾਂ ਨੂੰ ਸੀਟਾਂ ਦੇ ਕੇ ਵੀ ਉਹ ਤਾਂ ਪਵਿੱਤਰ, ਉਹਦੇ ਅੰਦਰਲਾ ਬੋਲਿਆ ਜੀ, ਉਹਦੇ ਅੰਦਰ ਹੈ ਨਾ ਜੋ ਇਹੀ ਬਾਦਲਾਂ ਦੇ ਅੰਦਰ ਵੀ ਇਹੀ ਆ, ਬਾਦਲਾਂ ਦੇ ਅੰਦਰ ਵੀ ਇਹੀ ਜ਼ਹਿਰ ਹੈਗਾ, ਲੇਕਿਨ ਉਹ ਬਾਹਰ ਨਹੀਂ ਆਇਆ। ਉਹ ਬਾਹਰ ਆਇਆ ਸੀ ਉਹ ਹੌਲੀ ਹੌਲੀ ਤਰ੍ਹਾਂ। ਕਦੀ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਨੂੰ ਬਣਾ ਕੇ ਪਿੱਛੇ ਕੋਈ ਹੋਰ ਲਿਖ ਦਿੱਤਾ, ਡੈਮੋਕ੍ਰੇਟਿਕ ਲਾਤੀ, ਕਦੀ ਕੋਈ ਲਾ ਦਿੱਤੀ। ਉਹਨਾਂ ਨੇ ਉਹਨਾਂ ਨੂੰ ਉੱਠਣ ਨਹੀਂ ਦਿੱਤਾ, ਜਾਣੀ ਬਹੁਜਨ ਸਮਾਜ ਨੂੰ ਉੱਠਣ ਨਹੀਂ ਦਿੱਤਾ। ਅੱਜ ਉਹਨਾਂ ਦੀ ਇਹ ਮਜਬੂਰੀ ਬਣ ਗਈ ਕਿ 17 ਸਾਲਾਂ ਬਾਅਦ, ਤੁਸੀਂ ਸ਼ਾਇਦ 25 ਮੈਨੂੰ ਲੱਗਦਾ 25 ਸਾਲ ਬਾਅਦ ਉਹਨਾਂ ਦੀ ਇਹ ਮਜਬੂਰੀ ਬਣ ਗਈ ਵੀ ਉਸ ਸਮਾਜ ਨੂੰ ਜਿਹਨਾਂ ਤੋਂ ਉਹਨਾਂ ਨੂੰ ਬੋ ਆਉਂਦੀ ਉਹਨਾਂ ਨੂੰ ਦੁਬਾਰਾ ਲੈ ਕੇ ਆਂਦਾ। ਇਹ ਤੁਹਾਡੇ ਕਾਰਨ ਕਿੱਦਾਂ ਹੋਇਆ? ਨਹੀਂ ਦੇਖੋ ਚਾਹ ਸਾਹਿਬ, ਇਸ ਤਰ੍ਹਾਂ ਦੀ ਗੱਲ ਨਹੀਂ। ਜਿਹੜੀ ਗੱਲ ਚਮਕੌਰ ਸਾਹਿਬ ਤੇ ਆਨੰਦਪੁਰ ਸਾਹਿਬ ਦੀਆਂ ਸੀਟਾਂ ਨੂੰ ਲੈ ਕੇ ਕੀਤੀ ਆ, ਉਹ ਰਮਨੀਤ ਬਿੱਟੂ ਜਿਹੜੇ ਕਾਂਗਰਸ ਦੇ ਮੌਜੂਦਾ MP ਆ, ਜਿਹੜੇ ਇਸ ਸਮੇਂ ਲੁਧਿਆਣੇ ਤੋਂ MP ਤੇ ਪਿਛਲੇ 5 ਸਾਲ ਪਹਿਲਾਂ ਆਨੰਦਪੁਰ ਸਾਹਿਬ ਤੋਂ ਸੀ। ਇਹ ਆਨੰਦਪੁਰ ਸਾਹਿਬ ਤੋਂ MP ਹੋਣ ਤੋਂ ਬਾਅਦ ਲੁਧਿਆਣੇ ਆ ਗਏ। ਸੋ ਇਹਨਾਂ ਨੇ ਜਿਹੜੀਆਂ 2 ਸੀਟਾਂ ਦਾ ਜ਼ਿਕਰ ਕੀਤਾ, ਇਹਦਾ ਜਿਹੜਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ। ਮਾਨਹਾਨੀ ਦੇ ਕੇਸ ਤੱਕ ਹੋ ਗਏ ਆ। ਜਿਹੜੇ ਆਪਣੇ SC ST ਕਮਿਸ਼ਨ ਆ ਉਹਦੇ ਸਾਹਮਣੇ ਇਹਨਾਂ ਦੀ ਪੇਸ਼ੀ ਹੋ ਰਹੀ ਆ, ਤੇ ਕਈ ਥਾਂ FIR
FIR ਦਰਜ ਹੋ ਚੁੱਕੀਆਂ। ਸੋ ਇਸ ਕਰਕੇ ਉਹਨਾਂ ਦੀ ਇਹ ਜਿਹੜੀ ਕਾਂਗਰਸ ਦੀ ਮਾਨਸਿਕਤਾ ਆ ਜਿਹੜੀ ਉਹਨੇ ਜ਼ਾਹਰ ਕੀਤੀ ਆ, ਇਹਦੇ 'ਚ ਮਤਲਬ ਪਰਸਨਲੀ ਰਵਨੀਤ ਬਿੱਟੂ ਦੀ ਨਹੀਂ, ਕਿਉਂਕਿ ਪਿਛਲੇ 70 ਸਾਲ ਤੋਂ ਦੇਸ਼ 'ਤੇ ਰਾਜ ਰਿਹਾ ਕਾਂਗਰਸ ਪਾਰਟੀ ਦਾ ਰਿਹਾ ਜ਼ਿਆਦਾਤਰ, ਅਤੇ ਸ਼੍ਰੋਮਣੀ ਅਕਾਲੀ ਦਲ ਤਾਂ ਖੇਤਰੀ ਪਾਰਟੀ ਆ। ਪੰਜਾਬ ਦੇ ਵਿੱਚ ਉਹਨਾਂ ਨੇ ਰਾਜ ਕੀਤਾ 20-25 ਸਾਲ ਰਾਜ ਕੀਤਾ। ਇਸ ਟਾਈਮ ਮੌਜੂਦਾ ਕਾਂਗਰਸ ਸਰਕਾਰ ਹੈ ਪੰਜਾਬ 'ਚ, ਅਤੇ ਕਾਂਗਰਸ ਦੇ ਜਿਹੜੇ ਇਹ MP ਆ ਰਵਨੀਤ ਬਿੱਟੂ, ਸੋ ਇਹਨਾਂ ਦੇ ਜਿਹੜੇ ਕਹਿਣ ਦਾ ਮਤਲਬ ਉਹਦਾ ਅਸੀਂ ਵੱਡੇ ਪੱਧਰ 'ਤੇ ਖੰਡਨ ਕਰਦੇ ਹਾਂ, ਵਿਰੋਧ ਕਰਦੇ ਹਾਂ। 2 ਸੀਟਾਂ ਬਸਪਾ ਨੂੰ ਦੇ ਕੇ ਅਪਵਿੱਤਰ ਨਹੀਂ ਹੋ ਸਕਦੀਆਂ। ਸੋ ਮਾਨਸਿਕਤਾ ਕਾਂਗਰਸ ਦੀ ਕਿਤੇ ਨਾ ਕਿਤੇ ਜ਼ਰੂਰ ਜ਼ਾਹਰ ਹੋਈ ਆ। ਸੋ ਇਸੇ ਗੱਲ ਨੂੰ ਅਸੀਂ ਕਹਿ ਰਹੇ ਹਾਂ ਵੀ ਕਾਂਗਰਸ ਨੇ ਅੱਜ ਤੱਕ ਸਿਰਫ ਬਹੁਜਨ ਸਮਾਜ ਦੀ ਜਾਂ ਸ਼ਡਿਊਲ ਕਾਸਟ ਦੀ ਜਿਹੜੀ ਵੋਟ ਹੀ ਵਰਤੀ ਆ, ਕੰਮ ਇਹਨਾਂ ਲਈ ਨਹੀਂ ਕੀਤਾ। ਸੋ ਹੌਲੀ ਹੌਲੀ ਇਹਨਾਂ ਦੀ ਮਾਨਸਿਕਤਾ ਜ਼ਾਹਰ ਆਈ ਜਾਂਦੀ। ਸੋ ਇਸ ਗੱਲ ਦਾ ਜਿਹੜਾ ਸਾਨੂੰ ਫਾਇਦਾ ਹੋਵੇਗਾ, ਸੋ ਅਸੀਂ ਜਿਹੜਾ ਸਮਝੌਤਾ ਕੀਤਾ ਅਸੀਂ ਉਹਦਾ ਸਵਾਗਤ ਕਰਦੇ, ਔਰ ਸਮਝੌਤੇ ਦੇ ਵਿੱਚ ਸਾਨੂੰ ਬਹੁਤ ਸਾਰੇ ਚਾਂਸ ਹੈ ਜਿੱਤਣ ਦੇ। ਬੱਦਲ ਸਾਹਿਬ, ਕਾਂਗਰਸ ਨੇ ਕਦੇ ਕਿਉਂ ਨਹੀਂ ਚਾਹਿਆ ਵੀ ਜਿਹੜੇ, ਹਾਲਾਂਕਿ ਜਿਹੜੀ ਬਹੁਜਨ ਸਮਾਜ ਦੀ ਵੋਟ ਆ ਉਹ ਕਾਂਗਰਸ 'ਚੋਂ ਹੀ ਆਈ ਹੈ, ਬਿਲਕੁਲ ਉਹ ਅਕਾਲੀਆਂ ਦੀ ਵੋਟ ਨਹੀਂ ਹੈ ਜਾਂ ਕਿਸੇ ਹੋਰ ਪਾਰਟੀ ਦੀ ਵੋਟ ਨਹੀਂ। ਉਹ ਜਿੰਨੀ ਵੀ ਵੋਟ ਹੈ ਅੱਜ ਵੋਟ ਬੈਂਕ ਜੋ ਵੀ ਜੀ ਹੋਲਡ ਕਰਨਾ ਜੀ 2% ਆ, 3% ਹੋ ਗਿਆ, 4 ਹੋ ਗਿਆ, 8 ਵੀ ਰਿਹਾ, 9 ਵੀ ਹੋ ਗਿਆ, 11 ਵੀ ਹੋਇਆ, ਉਹ ਹੋਈ ਆ ਕਾਂਗਰਸ ਦੀ। ਕਾਂਗਰਸ ਨੇ ਕਿਉਂ ਨਹੀਂ ਚਾਹਿਆ ਵੀ ਮੈਂ ਇਹ ਆਪਣੀ ਵੋਟ ਵਾਪਸ ਲਵਾਂ, ਇਹ ਮਤਲਬ ਉਹ ਹੀ ਆਪਾਂ ਜੁੜ ਕੇ ਫਿਰ ਅਸੀਂ ਪੰਜਾਬ 'ਤੇ ਦੁਬਾਰਾ ਰਾਜ ਕਰੀਏ? ਦੇਖੋ, ਇੱਕ ਤਾਂ ਬੜੀ ਹੋਲਡ ਕਰਨਾ ਜੀ ਜਾਣੇ ਬੜੀ ਦੁਖਦਾਇਕ ਗੱਲ ਆ ਜਿਹੜਾ ਸਾਡਾ ਸਮਾਜ ਆ, ਇਹਨੂੰ ਲੋਕ ਜਿਹੜੇ ਆ ਉਹ ਸਾਰੇ, ਹਰ ਬੰਦਾ ਕਹਿੰਦਾ ਇਹਨੂੰ ਕੈਸ਼ ਕਰ ਲਓ ਜੀ, ਉਹ ਕਹਿੰਦੇ ਇਹਨੂੰ ਕੈਸ਼ ਕਰ ਲਓ ਜੀ। ਹਾਂਜੀ, ਸਾਡੇ ਲੋਕ ਅੱਜ ਦੇ ਟਾਈਮ ਦੇ ਵਿੱਚ ਸਾਰੇ ਕੀ 90% ਲੋਕ ਜਿਹੜੇ ਆ ਬਕਾਊ ਆ ਜੀ। ਅੱਜ ਦੇ ਟਾਈਮ ਦੇ ਵਿੱਚ ਬੰਦਾ ਬਲਦ ਰੁਪਈਆ ਜੀ। ਇੱਕ ਸ਼ਾਇਰ ਨੇ ਕਿਹਾ ਸੀ, ਬੜੀ ਪੁਰਾਣੀ ਗੱਲ ਆ, ਕਿ ਇਸ ਦੁਨੀਆ ਮੇਂ ਬਰਕਤ ਰਾਮਾ ਬੰਦਾ ਬਲਦ ਰੁਪਈਆ। ਬਿਲਕੁਲ, ਬੰਦਾ ਜਿਹੜਾ ਰੁਪਈਏ ਦਾ ਪੁੱਤ ਆ। ਬਿਲਕੁਲ। ਇਸ ਲਈ ਗਰੀਬ ਆਦਮੀ ਕੋਲ ਕੀ ਆ, ਉਹ ਵਿਚਾਰੇ ਕੋਲ ਜਿੱਥੇ ਰੋਟੀ ਪਾਣੀ ਦਾ, ਕੱਪੜੇ ਦਾ, ਜੁੱਲੀ ਕੁੱਲੀ ਦੀ ਕੋਈ ਜ਼ਰੂਰਤ ਆ, ਉਹਨੂੰ ਉਹ ਬੰਦੇ ਅੱਜ ਵਿਕ ਜਾਂਦੇ ਆ, ਉਹਨਾਂ ਦੇ ਬਸ ਦੀ ਗੱਲ ਨਹੀਂ ਹੈ। ਆਹ भरता हूँ तो होती है करीबों को खबर, जज्ब करता हूँ तो सीने ही सीने में जिगर जलता है। मैं सोच के देख के जो उत्थे दा वातावरण आ, जो साडे लोकां दे हालात आ, दुनिया एक्सप्लोइटेशन पिंडां दे विच, शहरां दे विच उत्थे है। साडे लोक एक तां जदों गुरु रविदास जी महाराज कहंदे आ, ऐसे हो रही है माधो जैसे मधुमक्खी जी, उधर डॉक्टर उमैदकर जी की कह रहे हैं, पढ़ो लिखो, वो भी कहंदा, वो कहंदे भी यूनाइट एजुकेट, एजुकेशन की गल करदा जी। ये करदे कि नहीं? बिल्कुल। हुण तुसीं दसो, साडी बदकिस्मती आ, असीं यूनाइट नहीं हो सके, असीं इकट्ठे नहीं हो सके किसी तरह भी। 32% होने के बावजूद भी असीं इकट्ठे, फिर भी असीं ते 2% साडे ते रूल कर रहा। एक कॉल देखिए लैके की कह रहे, बाई नॉट जी। जय गुरुदेव, जय भीम जी। हेलो, जय गुरुदेव, जय भीम जी। जी, कौन साहब बोलते जी? मैं भाजी जसविंदर बोलना जी। जसविंदर जी, हाँ जी भाजी, समझौता जिहड़ा होया अपने मायावती दा ते बादल होना दा जी, ਉਹਦੇ ਬਾਰੇ ਗੱਲਬਾਤ ਚੱਲ ਰਹੀ ਹੈ। ਆਪਣੇ ਤੁਹਾਡੇ ਮਿਡਲ 'ਚ ਬੈਠੇ ਭਾਜੀ ਜੀ ਕਹਿ ਰਹੇ ਆ ਕਿ ਇਹ ਵਿੱਚ ਲੈਣ ਦੇਣ ਹੋਇਆ ਜੀ। ਇਹਨਾਂ ਕੋਲ ਕੋਈ ਸਬੂਤ ਹੈ? ਨਹੀਂ, ਉਹ ਵਿਚਾਰ ਹੈ, ਵਿਚਾਰ ਸਬੂਤ ਤਾਂ ਨਹੀਂ। ਨਹੀਂ ਵੇਖ ਵੀਰਾ ਜੀ, ਇਦਾਂ ਹੁਣ ਤੁਸੀਂ ਟੀਵੀ 'ਤੇ ਬਹਿ ਕੇ ਕਿਸੇ ਤੇ ਇਲਜ਼ਾਮ ਲਾ ਰਹੇ ਆ ਬਿਨਾਂ ਮਤਲਬ ਤੋਂ ਵੀ ਉਹ ਲੈਣ ਦੇਣ ਹੋਇਆ ਵਿੱਚ, ਬਿਨਾਂ ਪ੍ਰੂਫ ਤੋਂ ਤੁਸੀਂ ਟੀਵੀ 'ਤੇ ਬਹਿ ਕੇ ਗੱਲ ਕਰ ਰਹੇ ਆ ਹੈ ਜੀ। ਇਹ ਕਿੱਦਾਂ ਹੋ ਸਕਦੀ ਹੈ? ਨਹੀਂ, ਜੇ ਤਾਂ ਕੋਈ ਤੁਹਾਡੇ ਕੋਲ ਹੈ ਪ੍ਰੂਫ ਇਹਨਾਂ ਕੋਲ, ਇਹ ਦਿਖਾਉਣ ਬਈ ਆਹ ਹੋਇਆ, ਬਈ ਏਦਾਂ ਹੋਈ ਆ, ਤਾਂ ਇਹ ਸਮਝੌਤਾ ਹੋਇਆ, ਤਾਂ ਕੋਈ ਗੱਲ ਵੀ ਬਣਦੀ ਹੈ। ਉੱਦਾਂ ਹਵਾ 'ਚ ਹੀ ਗੱਲ ਮਾਰ ਦੋ, ਇਹ ਨਹੀਂ। ਦੇਖੋ, ਇਹ ਅਗਰ ਇੱਕ ਨਾ ਦੇਖੋ, ਜਿਹੜੇ ਗੜੀ ਸਾਹਿਬ ਆ ਉਹ ਬੜੇ ਪੜ੍ਹੇ ਲਿਖੇ, ਬਹੁਤ ਹੀ ਇੰਟੈਲੀਜੈਂਟ ਮੈਨ ਆ। ਐਤਕੀ ਅਗਰ ਇਹ ਨਹੀਂ ਸਮਝੌਤਾ ਇਹਨਾਂ ਦੇ ਨਾਲ ਕੀਤਾ ਤਾਂ ਥੋੜ੍ਹਾ ਜਿਹਾ ਦੇਖ ਲਓ ਵੀਰਾ ਜੀ, ਅੱਗੇ ਲੱਤ ਨਾ ਖਿੱਚੋ, ਇਹਨਾਂ ਨੂੰ ਕਹੋ ਪਲੀਜ਼। ਆਪਣੇ ਲੋਕਾਂ ਦਾ ਤਾਂ ਪਹਿਲਾਂ ਹੀ ਬਹੁਤ ਬੜਾ ਨੁਕਸਾਨ ਹੋ ਚੁੱਕਾ ਹੈ ਉੱਥੇ। ਚਲੋ ਜਸਵਿੰਦਰ ਜੀ, ਤੁਹਾਡੀ ਗੱਲ ਠੀਕ ਆ। ਆਮ ਆਦਮੀ ਪਾਰਟੀ ਨੇ ਕਰਨਾ, ਇਹ ਅਕਾਲੀਆਂ ਨੂੰ ਵੀ ਕੰਨ ਲੱਗ ਗਏ ਆ, ਉਹਨਾਂ ਨੂੰ ਵੀ ਪਤਾ ਲੱਗ ਗਿਆ। ਜਸਵਿੰਦਰ ਜੀ, ਠੀਕ ਹੈ ਤੁਹਾਡੀ ਗੱਲ, ਉਹ ਅਸੀਂ ਤੇ ਫਿਰ ਗੱਲ ਕਰਦੇ ਹਾਂ। ਮੈਂ ਤੁਹਾਨੂੰ ਇੱਕ ਗੱਲ ਯਾਦ ਦਿਵਾਉਣੀ ਚਾਹੁੰਦਾ
ਕਿ ਸਾਹਿਬ ਕਹਿੰਦੇ ਹੁੰਦੇ ਸੀ ਵੀ ਮੈਂ 25 ਸੀਟਾਂ ਮੰਗੀਆਂ ਤੇ 45 ਕਰੋੜ ਰੁਪਈਆ ਹਾਂਜੀ ਸਟੇਜ ਤੋਂ ਕਹਿੰਦੇ ਹੁੰਦੇ ਵੀ ਸਾਡਾ ਲੈਣ ਦੇਣ ਨਹੀਂ ਹੋਇਆ ਹਜੇ। ਅੱਛਾ ਇਹ ਸਟੇਜ ਤੋਂ ਕਈਆਂ ਹੋਈਆਂ ਗੱਲਾਂ ਮੇਰੇ ਤੋਂ ਕੋਈ ਬਾਅਦ 'ਚ ਹੁਣ ਕਾਲਾਂ ਆਉਣਗੀਆਂ ਉਹ ਸੁਣਦੇ ਵੀ ਹੋਣਗੇ। ਹਾਂਜੀ ਤੋ ਸੋ ਇਦਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ। ਥੈਂਕ ਯੂ, ਤੁਸੀਂ ਅਵੇਅਰ ਕੀਤਾ। ਮੈਂ ਇੱਕ ਵਾਰੀ ਫੇਰ ਇਹਨਾਂ ਨਾਲ ਗੱਲ ਕਰਦਾ। ਥੈਂਕ ਯੂ ਸਰ ਜੀ। ਨਹੀਂ ਮੈਂ ਤਾਂ ਦੇਖੋ ਪਲੀਜ਼ ਮੈਂ ਤਾਂ ਵੀ ਜੇ ਭਾਈ ਸਾਹਿਬ ਉਹਨਾਂ ਕੋਲ ਕੋਈ ਪ੍ਰੂਫ ਪੱਕੇ ਤੌਰ ਤੇ ਹੈ ਫੇਰ ਤਾਂ ਇਹ ਪੇਸ਼ ਕਰਨ ਵੀ ਮੈਂ ਦਾਅਵੇ ਨਾ ਕਰਨ ਕਹਿਣ ਦਾਅਵੇ ਠੀਕ ਹੈ ਜੀ, ਤੁਹਾਡੀ ਬਹੁਤ ਮਿਹਰਬਾਨੀ ਸਰ। ਥੈਂਕ ਯੂ ਜੀ, ਥੈਂਕ ਯੂ। ਪਤਨ ਸਾਹਿਬ ਤੁਸੀਂ ਜਿਹੜੇ ਪੈਸਿਆਂ ਦੀ ਗੱਲ ਕਰ ਰਹੇ ਮਾਇਆਵਤੀ ਨੇ ਪੈਸੇ ਲਏ ਹੋਊਗੇ ਉਹ ਕੋਈ ਸਬੂਤ ਦੇ ਆਧਾਰ ਤੇ ਜਾਂ ਤੁਸੀਂ ਕਹਿ ਰਹੇ ਇਹ ਤੇ ਜਨਰਲ ਆਪਣੀ ਪ੍ਰੋਡਕਸ਼ਨ ਹੀ ਆ, ਮੈਂ ਸਬੂਤ ਦੇ ਆਧਾਰ ਤੇ ਨਹੀਂ। ਹੁਣ ਜਿੱਦਾਂ ਤੁਸੀਂ ਗੱਲ ਕਰਦੇ ਆ ਜਿਹੜੀਆਂ 20 ਸੀਟਾਂ ਉੱਥੇ ਇਲੈਕਸ਼ਨ ਤੇ ਸੀਟਾਂ ਜਿਨ੍ਹਾਂ ਨੂੰ ਮਿਲਣੀਆਂ ਉਹ ਵਿਚਾਰਿਆਂ ਕੋਲ ਚਾਰ ਤਾਂ ਪੈਸੇ ਨਹੀਂ ਜੀ, ਉਹ ਕਾਹਦੇ ਨਾਲ ਲੜਾਈ ਕਰਨਗੇ? ਇਲੈਕਸ਼ਨ ਲੜ ਲਈ ਪੈਸਾ ਚਾਹੀਦਾ ਕਿ 2-4 ਕਰੋੜ ਹਰ ਸੀਟ ਤੇ ਪੈਸਾ ਖਰਚ ਆਉਂਦਾ ਆ ਜੀ। ਇੱਕ ਬੰਦੇ ਠੀਕ ਉੱਥੇ ਕੰਮ ਕਰਦੇ ਆ ਹਾਰਡ, ਪਰ ਉਹਨਾਂ ਕੋਲ ਇਲੈਕਸ਼ਨ ਲੜਨ ਲਈ ਪੈਸਾ ਨਹੀਂ ਹੈ ਜੀ, ਹੈ ਕਿ ਨਹੀਂ? ਉਹ ਬਿਲਕੁਲ ਜਿਹੜੇ ਅਕਾਲੀ ਆ, ਅਕਾਲੀ ਤਾਂ ਹੁਣ ਮਲਟੀ ਮਿਲੀਅਨ ਖਰੇ ਲੱਖਾਂ ਕਰੋੜਾਂ ਉਹਨਾਂ ਦੇ ਕੋਲ ਪੈਸੇ ਦਾ ਕੋਈ ਅੰਤ ਨਹੀਂ ਆਉਂਦਾ। ਉਹਨਾਂ ਜਿਹੜੇ ਬੰਦੇ ਕੈਂਡੀਡੇਟ ਖੜੇ ਹੋਣਗੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਤਾਂ ਹੈਲਪ ਕਰਨੀ ਪਊਗੀ। ਪੈਸੇ ਤੋਂ ਬਿਨਾਂ ਸੀਟ ਜਿੱਤਣੀ ਨਹੀਂ ਉਹ ਜੀ। ਲੋਕਾਂ ਨੇ ਤਾਂ ਉੱਥੇ ਲਿਆ ਕੇ ਸ਼ਰਾਬਾਂ ਕੇ ਉਹਨਾਂ ਨੂੰ ਪੈਸਾ ਕੇ ਹਰ ਇੱਕ ਚੀਜ਼ ਅਗਲੇ ਨੂੰ ਪ੍ਰੋਵਾਈਡ ਕਰਨੀ ਆ ਜੀ, ਤੇ ਇਹ ਉੱਥੇ ਬੈਠੇ ਖਾਲੀ ਹੱਥੀਆਂ ਅਗਲਿਆਂ ਕੋਲ ਜਾਂਦੇ ਉਹ ਕੀ ਕਰਨਗੇ? ਬਿਲਕੁਲ। ਸੋ ਅਸੀਂ ਇਹ ਪ੍ਰੋਡਕਟ ਕਰਦੇ ਹਾਂ। ਅਸੀਂ ਕਿਹੜੇ ਉੱਥੇ ਕੋਲ ਬੈਠੇ ਸੀ, ਇਹ ਅੰਦਾਜ਼ੇ ਹੁੰਦੇ ਆ ਵੀ ਬੰਦਾ ਇੱਦਾਂ ਹੈ ਵੀ ਗੱਲ ਇਹ ਹੋਈ ਆ। ਅਦਰਵਾਈਜ਼ ਮਾਇਆਵਤੀ ਜੀ ਉਹ ਇੱਕਦਮ ਇੱਦਾਂ ਨਹੀਂ ਉਹ ਇਹ ਕਹਿ ਸਕਦੀ ਆ ਵੀ ਮੇਰੇ ਕੈਂਡੀਡੇਟਸ ਵੀ ਹੋਣੇ ਆ, ਉਹਨਾਂ ਦੀ ਤੁਸੀਂ ਫਾਈਨੈਂਸ਼ੀਅਲੀ ਹੈਲਪ ਕਰੋ। ਦੇਖਦੇ ਹਾਂ ਜੀ ਦੂਸਰੀ ਕਾਲ ਤੇ ਕੀ ਕਹਿੰਦੇ ਜੀ। ਜੈ ਗੁਰਦੇਵ ਜੈ ਭੀਮ ਜੀ। ਹੈਲੋ, ਜੈ ਗੁਰਦੇਵ ਜੈ ਭੀਮ ਜੀ। ਜੀ ਹਾਂਜੀ, ਮੈਂ ਦਿਲਵਰ ਚੰਦ ਬੋਲ ਰਿਹਾ ਜੀ। ਜੀ ਦਿਲਵਰ ਜੀ। ਹਾਂਜੀ, ਮੈਂ ਇਹ ਸ਼ੇਅਰ ਕਰਨਾ ਚਾਹੁੰਦਾ ਸੀ ਤੁਹਾਡੇ ਨਾਲ ਜੀ। ਇਹ ਜਿਹੜਾ ਸਮਝੌਤਾ ਆਇਆ ਵਾ ਇਹਦਾ ਆਪਾਂ ਕ੍ਰਿਟੀਸਾਈਜ਼ ਨਾ ਕਰੀਏ ਤਾਂ ਐਡਵਾਂਟੇਜ ਲੈ ਲਈਏ। ਠੀਕ ਹੈ ਜੀ। ਹੋਰ ਵੀ ਜਿਹੜੇ ਲੋਕ ਕ੍ਰਿਟੀਸਾਈਜ਼ ਕਰਦੇ ਕਿਉਂਕਿ ਇਹ ਪਤਾ ਨਹੀਂ ਕਿੰਨੀ ਕੁ ਜਲਨ ਹੋਈ ਆ। ਮੈਂ ਹੋਰ ਵੀ ਚੈਨਲ ਚੈੱਕ ਕਰਦਾ ਰਹੀ ਨਾ ਜੀ, ਉਹ ਪਤਾ ਨਹੀਂ ਇੰਨੀ ਕੁ ਉਹਨਾਂ ਦੇ ਅੰਦਰ ਜਲਨ ਜਿਸ ਤਰ੍ਹਾਂ ਇਹਨੇ ਬਿੱਟੂ ਨੇ ਬਿਆਨ ਦਿੱਤੇ ਆ, ਇਹਨਾਂ ਦੀ ਬਹੁਤ ਜ਼ਿਆਦਾ ਲੋਕਾਂ ਦੀ ਜਲਨ ਆ। ਮੈਨੂੰ ਜ਼ਿਆਦਾ ਲੱਗਦਾ ਵੀ ਜਿਹੜੇ ਬਾਹਰ ਬੈਠੇ ਲੋਕ ਆ ਜਿਹੜੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਆ, ਹਾਂਜੀ, ਉਹਨਾਂ ਨੂੰ ਜ਼ਿਆਦਾ ਜੈਲਸ ਮਹਿਸੂਸ ਹੋ ਰਹੀ ਹੈ ਲੱਗਦਾ। ਜਿਹੜੇ ਇਹ ਛੱਡੋ ਜੋ ਸ਼ਡਿਊਲਡ ਕਾਸਟ ਤੋਂ ਇਲਾਵਾ ਜੀ ਜਿੰਨੇ ਵੀ ਸ਼ਡਿਊਲਡ ਕਾਸਟ ਤੋਂ ਇਲਾਵਾ ਕਮਿਊਨਿਟੀ ਆ ਉਹਨਾਂ ਨੂੰ ਸਾਰਿਆਂ ਨੂੰ ਚੱਲਣਿਆ ਜੀ। ਔਰ ਇਹ ਸਾਡੇ ਵਾਸਤੇ ਆਇਆ ਵਾ ਇੱਕ ਨਿਊ ਐਸਟੈਬਲਿਸ਼ਮੈਂਟ ਆਪਣੀ ਬੀਐਸਪੀ ਨੂੰ ਐਸਟੈਬਲਿਸ਼ਮੈਂਟ ਕਰਨ ਵਾਸਤੇ ਇੱਕ ਬੜੀ ਵਧੀਆ ਓਪਰਚੁਨਿਟੀ ਆਈ ਆ। ਬਹਰਹਾਲ ਅਸੀਂ ਇਹ ਵੀ ਚਾਹੀਏ ਵੀ ਚਲੋ ਠੀਕ ਆ ਅਗਰ ਅਕਾਲੀ ਦਲ ਵੀ ਸਾਡੇ ਨਾਲ ਜੁੜਦਾ ਵਾ, ਹੋਰ ਨਹੀਂ ਸਾਡੇ ਐਮਪੀ ਵੀ 10-12 ਨਿਕਲਣਗੇ ਜੀ। ਉਸ ਤੋਂ ਇਲਾਵਾ ਇਹ ਆ ਵੀ ਦੇਖੋ ਇਹ ਤੁਹਾਡਾ ਦੁਆਬੇ ਏਰੀਏ 'ਚ ਤੇ ਵਧੀਆ ਚੱਲ ਰਹੀ ਆ ਬੀਐਸਪੀ। ਮੈਂ ਹੋਰ ਤੁਹਾਡੇ ਨਾਲ ਗੱਲ ਕਰ ਸਕਦਾ ਜੀ? ਹਾਂਜੀ, ਮੈਂ ਤੁਹਾਡੇ ਨਾਲ ਗੱਲ ਕਰ ਸਕਦਾ? ਹਾਂਜੀ, ਕਰੋ। ਇਸ ਵੇਲੇ ਅਕਾਲੀ ਮਰਨ ਤੇ ਹੈ, ਮਰਨ ਤਾਂ ਮੈਂ ਸਿਆਸੀ ਮੌਤ ਕਹਿਣਾ। ਠੀਕ ਹੈ। ਔਰ ਪੂਰੇ ਥੂ ਹੋਈ ਪਈ ਸਾਰੀ ਜਗ੍ਹਾ। ਔਰ ਇਹ ਹਾਲਾਂਕਿ ਸਾਨੂੰ ਵੀ, ਮੈਂ ਵੀ ਇਸ ਹੱਕ 'ਚ ਵੀ ਲੋੜ ਹੈ, ਸਾਨੂੰ ਵੀ ਜ਼ਰੂਰਤ ਹੈ। ਅਸੀਂ ਵੀ ਬਹੁਤ ਦੇਰ ਦੇ ਮਰਦੇ ਹੀ ਆ ਰਹੇ ਹਾਂ। ਜੇਕਰ ਸਿਆਸਤ ਦੇ ਵਿੱਚ ਕੋਈ ਸਾਡਾ ਲੀਡਰ ਨਾ ਹੋਵੇ, ਦੂਜੀ ਵਾਰੀ ਨਾ ਬਣੇ, ਤੀਜੀ ਵਾਰ ਤੋਂ ਉੱਤੇ ਉਹ ਪਾਰਟੀ ਖਤਮ ਹੋ ਜਾਂਦੀ, ਭਾਵੇਂ ਉਹ ਕਾਂਗਰਸ ਹੀ ਹੁੰਦੀ। ਜੇ ਇਸ ਵਾਰੀ ਕਾਂਗਰਸ ਨਾ ਹੁੰਦੀ ਤੇ ਕਾਂਗਰਸ ਅੰਦਰੋਂ ਅੰਦਰ ਹੀ ਬਹੁਤ ਟੁੱਟ ਚੁੱਕੀ ਹੋਣੀ ਸੀ, ਖਤਮ ਹੋ ਜਾਣੀ ਸੀ। ਲੇਕਿਨ ਬਹੁਜਨ ਸਮਾਜ ਪਾਰਟੀ ਪਿਛਲੇ 25 ਸਾਲ ਤੋਂ ਸੰਘਰਸ਼ ਕਰਦੀ ਆ ਰਹੀ। ਉਹ ਇਸ ਕਰਕੇ ਕਰਦੀ ਆ ਰਹੀ ਕੋਈ ਪਾਰਟੀ ਨਹੀਂ, ਉਹ ਇੱਕ ਮਿਸ਼ਨ ਆ। ਉਹ ਮਿਸ਼ਨ ਸਮਝ ਕੇ ਨਵੇਂ ਲੋਕ ਬਾਹਰੋਂ ਜਿਹੜੇ ਆ ਉਹ ਕੁਝ ਹੈਲਪ ਕਰ ਰਹੇ ਨੇ ਆਪਣੇ ਲੀਡਰਾਂ ਦੀ। ਅੱਜ ਉਹਨੇ ਇਸ ਲੈਵਲ ਤੇ ਖੜੀ ਕਰ ਦਿੱਤਾ ਕਿ ਇੱਕ ਮਰ ਰਹੀ ਪਾਰਟੀ ਨੂੰ ਦੂਜੀ ਪਾਰਟੀ ਦੀ ਲੋੜ ਪੈ ਕੇ ਉਹਨੂੰ ਸਾਹ ਦੇ ਰਹੀ, ਆਪਣਾ ਆਕਸੀਜਨ ਦੇ ਰਹੀ ਆ। ਪਰ ਕੀ ਕਦੇ ਇੱਦਾਂ ਨਹੀਂ ਹੋ ਸਕਦਾ ਵੀ ਸਾਡਾ ਆਕਸੀਜਨ ਲੈ ਕੇ ਫਿਰ ਤਕੜੇ ਹੋ ਕੇ ਉਹ ਸਾਨੂੰ ਫੇਰ ਠਿੱਪੀ ਦੇ ਦੇਣ? ਯਾਦ ਕਰੋ ਕਿ ਬਲਦੇਵ ਖਹਿਰੇ ਨੂੰ ਜਦੋਂ ਅਕਾਲੀਆਂ ਨੇ ਲਿਆਂਦਾ ਸੀ, MLA ਬਣਾਇਆ ਸੀ, ਤਾਂ ਉਦੋਂ ਇਹ ਗੱਲ ਕਹੀ ਸੀ ਵੀ ਬਸਪਾ ਦਾ ਆਖਰੀ ਜਿਹੜਾ ਵਿਅਕਤੀ ਵੀ ਅਸੀਂ ਲਿਆ ਕੇ ਬਸਪਾ ਖਤਮ ਕਰ ਦਿੱਤੀ ਹੈ ਜੀ। ਹੁਣ ਤੁਸੀਂ ਗੱਲ ਕਰੋ। ਹਾਂਜੀ ਭਾਜੀ।
ਹਾਂਜੀ, ਮੇਰਾ ਕਹਿਣ ਦਾ ਮਤਲਬ ਚਲੋ ਉਹ ਠੀਕ ਹੈ, ਉਹਨਾਂ ਨੂੰ ਆਕਸੀਜਨ ਜਾ ਰਹੀ ਹੈ ਜੋ ਵੀ ਆ, ਪਰ ਜਿਹੜੀ ਆ ਸਾਨੂੰ ਸਾਡੀ ਐਸਟੈਬਲਿਸ਼ਮੈਂਟ ਬਾਰੇ ਅਸੀਂ ਸਭ ਤੋਂ ਪਹਿਲਾਂ ਆਪਣਾ ਵੀ ਐਡਵਾਂਟੇਜ ਸੋਚਣਾ ਵੀ ਕਿੰਨਾ ਸਮਾਂ ਹੋ ਗਿਆ। ਦੇਖੋ ਸਾਡੀ ਪਾਰਟੀ ਅੱਗੇ ਹੀ ਨਹੀਂ, ਉਹ ਪੰਜਾਬ 'ਚ ਬਿਲਕੁਲ ਹੀ ਨਹੀਂ ਹੈ। ਸਾਡੇ ਮਾਝੇ ਵੱਲ ਇੰਨੇ ਮਤਲਬ ਜ਼ਿਆਦਾ ਸ਼ਡਿਊਲ ਕਾਸਟ ਆ ਔਰ ਬਹੁਤ ਜ਼ਿਆਦਾ ਹੀ ਪੜੇ। ਤੁਸੀਂ ਇਹ ਮੰਨੋਗੇ ਵੀ ਅੰਮ੍ਰਿਤਸਰ 'ਚ ਸਿਰਫ 82 ਆਪਣੀ ਕੈਟਾਗਰੀ ਦੇ ਆਦਮੀ ਆ, ਵਕੀਲ, ਮੇਰਾ ਲੜਕਾ ਵੀ ਵਕੀਲ ਆ ਇੱਥੇ ਹੀ ਆ, ਤੇ ਅਸੀਂ 82 ਵਕੀਲ ਹੀ ਆ ਉੱਥੇ, ਮਤਲਬ ਵੀ ਅੰਮ੍ਰਿਤਸਰ ਕੋਰਟ 'ਚ। ਦੇਖੋ ਇੰਨੇ ਆਪਣੇ ਲੋਕ, ਪਰ ਇਹ ਕਾਰਨ ਹੈ ਕਿ ਬਹੁਤ ਜ਼ਿਆਦਾ ਡੈਫਨ ਹੋਏ ਪਏ ਆ, ਪਾਰਟੀ ਉੱਠ ਹੀ ਨਹੀਂ ਰਹੀ। ਐਤਕਾ ਦਾ ਚਾਂਸ ਦੇਖੀਏ ਐਡਵਾਂਟੇਜ, ਇਹ ਕੋਈ ਜ਼ਰੂਰੀ ਤਾਂ ਨਹੀਂ ਆ। ਬਾਕੀ ਵੇਖੋ ਕਿੰਨੀਆਂ ਪਾਰਟੀਆਂ ਵਾ, ਇਹ ਬੀਜੇਪੀ ਨੂੰ ਵੀ ਟੁੱਟ ਗਈ, ਅਕਾਲੀ ਦਲ ਹੋਰ ਦੇ, ਇਹ ਵੀ ਟੁੱਟ ਗਈ। ਇੱਕ ਹੋਰ ਮੈਨੂੰ ਡਰ ਆ ਭਾਜੀ, ਇੱਕ ਹੋਰ ਡਰ ਆ, ਜਿਹੜਾ ਮੋਰਚਾ ਹੈ ਨਾ, ਸਾਡੀ ਜਿਹੜੀ ਦੇਖੋ, ਮੇਰਾ ਲੌਜਿਕ ਸੁਣਨਾ, ਹਾਂਜੀ ਮੇਰਾ ਲੌਜਿਕ ਸੁਣਿਆ, ਮੈਨੂੰ ਲੱਗਦਾ ਮੇਰੇ ਮਨ 'ਚ ਇੱਕ ਡਰ ਹੈ। ਉਸ ਤੋਂ ਬਾਅਦ ਤੁਹਾਡੀ ਗੱਲ ਦੇ ਨਾਲ ਅਸੀਂ ਹੋਰ ਵੀ ਜੋੜਨੇ ਆ। ਜਿਹੜਾ ਮੋਰਚਾ ਆ ਉਹ ਪੰਜਾਬ ਦੇ ਵਿੱਚ ਕੈਪਟਨ ਰੱਖ ਸਕਦਾ ਸੀ, ਲੇਕਿਨ ਕੈਪਟਨ ਨੇ ਜ਼ਿੰਮੇਵਾਰੀ ਨਹੀਂ ਲਈ ਵੀ ਲੈ ਜਾਓ ਇਹਨੂੰ ਪੰਜਾਬ ਤੋਂ ਬਾਹਰ। ਪੰਜਾਬ ਤੋਂ ਜਦੋਂ ਬਾਹਰ ਗਿਆ, ਜਾ ਕੇ ਦਿੱਲੀ ਦੇ ਨਾਲ ਮੱਥਾ ਲਾਇਆ ਤਾਂ ਭਾਜਪਾ ਨੇ ਬੜੀ ਟਰਾਈ ਕੀਤੀ, ਲੇਕਿਨ ਭਾਜਪਾ ਦੀ ਗੱਲ ਨਹੀਂ ਮੰਨੀ, ਉਹਨੇ ਅਸਤੀਫਾ ਦੇ ਕੇ ਪਰੇ ਹੋ ਗਏ। ਹੁਣ ਜਿਹੜਾ ਮੋਦੀ ਮੰਨ ਨਹੀਂ ਰਿਹਾ, ਮੋਦੀ ਨਹੀਂ ਮੰਨ ਰਿਹਾ, ਔਰ ਲੋਕਾਂ ਨੇ ਵਿਰੋਧ ਕਰਕੇ ਇਹ ਕਹਿਣਾ ਸ਼ੁਰੂ ਕਰਦਾ ਵੀ ਪਿੰਡਾਂ 'ਚ ਜਾਓ, ਹਰ ਪਾਰਟੀ ਦਾ ਬੰਦਾ ਹੀ ਨਹੀਂ ਬਣਨ ਦੇਣਾ। ਹੁਣ ਅਕਾਲੀਆਂ ਦੀ ਤਾਂ ਪਹਿਲਾਂ ਹੀ ਬਹੁਤ ਥੂ ਆ, ਜੇ ਅਕਾਲੀ ਤੇ ਬਸਪਾ ਜਦੋਂ ਜਾਣਗੇ ਲੋਕੀ ਪੱਥਰ ਮਾਰਨਗੇ, ਇੱਟਾਂ ਮਾਰਨਗੇ, ਕਿਉਂਕਿ ਉਹਨਾਂ ਦੇ ਮਸਲੇ ਹੱਲ ਨਹੀਂ ਹੋਏ। ਅਕਾਲੀਆਂ ਪ੍ਰਤੀ ਵੀ ਉਹਨਾਂ ਦਾ ਰੁੱਸਾ ਆ। ਵੈਸੇ ਮੈਨੂੰ ਇਹ ਮਹਿਸੂਸ ਹੁੰਦਾ ਕਦੀ ਕਦੀ ਜਦੋਂ ਮੈਂ ਸੋਚਦਾ ਵੀ ਕੀ ਸਾਨੂੰ ਇਹਦਾ ਨੁਕਸਾਨ ਤਾਂ ਨਾ ਹੋ ਜਾਊਗਾ। ਨਹੀਂ ਜੀ, ਹਾਂਜੀ, ਨਹੀਂ ਇਸ ਤਰ੍ਹਾਂ ਇੱਕ ਮਿੰਟ ਦੇ ਵਿੱਚ ਆਪਣੀ ਗੱਲ ਨਿਬੇੜਨੀ ਜੀ। ਮਤਲਬ ਅੱਛਾ ਜੀ, ਉਹਦਾ ਮਤਲਬ ਮੈਂ ਚਲੋ ਹੁਣ ਜਿਹੜੀਆਂ ਗੱਲਾਂ ਤੁਸੀਂ ਸਾਰੀਆਂ ਕੀਤੀਆਂ ਮੈਂ ਸਾਰੀਆਂ ਨਾਲ ਐਗਰੀ ਹਾਂ, ਮਤਲਬ ਇਹ ਵੀ ਮੰਨਦੇ ਸਾਰੇ, ਪਰ ਮੈਂ ਲਾਸਟ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਾਂ ਵੀ ਐਤਕਾਂ ਆਪਾਂ ਨੂੰ ਵੇਖ ਲੈਣਾ ਚਾਹੀਦਾ ਵਾ, ਔਰ ਆਪਣਾ ਜ਼ਿਆਦਾਤਰ ਆਪਾਂ ਟੀਵੀ ਤੇ ਇਸ ਚੀਜ਼ ਨੂੰ ਮਤਲਬ ਆਪਾਂ ਇਹਨੂੰ ਪ੍ਰਮੋਟ ਕਰੀਏ ਕਿਸੇ ਨਾ ਕਿਸੇ ਚੀਜ਼ ਤੇ, ਹੋਰ ਵੀ ਜਿਸ ਤਰ੍ਹਾਂ ਕਈਆਂ ਦੇ ਇੱਕ ਦੂਜੇ ਦਾ ਨੰਬਰ ਦੇ ਕੇ ਕੋਈ ਸਪੈਸ਼ਲ ਪ੍ਰੋਗਰਾਮ ਬਣਾ ਕੇ, ਕਿਉਂਕਿ ਇੱਕ ਆਪਣੀ ਸਮਾਜਵਾਦੀ ਪਾਰਟੀ ਜੋ ਆ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਐਸਟੈਬਲਿਸ਼ ਕਰ ਲੇ। ਔਰ ਮੈਂ ਆਪਣੀ ਤਰਫ ਮੈਂ ਮਾਝੇ ਦਾ ਵਾ, ਮਾਝੇ 'ਚ ਇੰਨਾ ਵੀ ਜ਼ੋਰ ਲਗਾ ਦੂੰਗਾ ਕਿ ਮੈਂ ਮਤਲਬ ਵੀ ਜਿੰਨੇ ਵੀ ਮਾਝੇ ਦੀਆਂ ਸੀਟਾਂ ਵਾ ਉਹਨਾਂ 'ਚ BSP ਨੂੰ ਸਿਰਫ ਸਟੈਂਡ ਕਰਨ ਵਾਸਤੇ ਜ਼ੋਰ ਲਾਵਾਂਗੇ, ਔਰ ਇਹਦੇ ਨਾਲ ਸਾਨੂੰ ਵੀ ਆਕਸੀਜਨ ਮਿਲੇਗੀ ਕਿਸੇ ਨਾ ਕਿਸੇ ਤਰੀਕੇ ਨਾਲ। ਬਸ ਮੈਂ ਇਹ ਚਾਹੁੰਦਾ ਵਾਂ ਵੀ ਚਲੋ ਰਿਕੁਐਸਟ ਹੈ ਮੇਰੀ ਵੀ ਸਾਰੇ ਜਿੰਨੇ ਵੀ ਆਪਣਾ ਭਰਾ ਵਾ ਸ਼ਡਿਊਲਡ ਕਾਸਟ ਜਿੰਨੇ ਵੀ, ਬਾਕੀ ਜਿਹੜੀਆਂ ਸਵਰਨ ਜਾਤੀਆਂ ਉਹਨਾਂ ਨੂੰ ਤਾਂ ਪਤਾ ਹੀ ਹੈ ਕਿੰਨੀ ਕੁ ਅੱਗ ਲੱਗੀ ਹੈ ਇਸ ਚੀਜ਼ ਤੋਂ, ਬਹੁਤ ਜ਼ਿਆਦਾ ਹੀ ਉਹ ਸਾਨੂੰ ਵੇਖ ਕੇ ਵੀ ਅਸੀਂ ਉੱਪਰ ਆਉਣ ਲੱਗੇ ਆ, ਤੇ ਉਹਨਾਂ ਨੂੰ ਥੋੜੀ ਜਿਹੀ ਹੋਰ ਟਾਈਪ ਦੀ ਹੋ ਰਹੀ ਆ। ਕਿਉਂਕਿ ਮੈਂ ਦੂਜੇ ਚੈਨਲ ਵੀ ਦੇਖਦਾ ਰਹਿੰਦਾ ਵਾ, ਤੇ ਉੱਤੇ ਮੈਂ ਵੇਖਿਆ ਇਹੋ ਕੁਝ ਵੀ ਉਹਨਾਂ ਦੀ ਜਿਹੜੀ ਭਾਵਨਾ ਕੀ ਬੋਲਣ ਡਈ ਆ। ਤੇ ਕਿਰਪਾ ਕਰਕੇ ਮੈਂ ਇਹ ਮੇਰੀ ਜਿਹੜੀ ਸਲਾਹ ਵਾ, ਆਪਾਂ ਸਾਰੇ ਕੋਈ ਟੀਵੀ ਤੇ ਵੀ ਇਹੋ ਜਿਹਾ ਪ੍ਰੋਗਰਾਮ ਕਰਿਆ ਕਰੀਏ ਜਿਹਨਾਂ BSP ਨੂੰ ਆਪਾਂ ਸਪੋਰਟ ਕਰੀਏ ਕਿਸੇ ਨਾ ਕਿਸੇ ਤਰੀਕੇ ਨਾਲ। ਹੋਰ ਕੋਈ ਨੰਬਰ ਵੀ ਜਾਰੀ ਕਰੋ ਇੱਕ ਦੂਜੇ ਦਾ, ਜਿਹਦੇ ਨਾਲ ਜਾਣਕਾਰੀ ਹੋ ਜਾਏ। ਇੱਥੇ ਸਵਾਗਤ ਹੈ ਜੀ ਕੰਚ ਟੀਵੀ, ਤੁਸੀਂ ਆਓ, ਪ੍ਰੈਜੈਂਟਿੰਗ ਲਈ ਰੈਡੀ ਕਰੋ, ਅਸੀਂ ਤੁਹਾਨੂੰ ਤਿਆਰ ਕਰਦੇ ਹਾਂ। ਜੇ ਨਹੀਂ ਤੁਸੀਂ ਤਿਆਰ, ਜੇ ਤੁਸੀਂ ਤਿਆਰ ਆ ਤਾਂ ਮੈਨੇਜਮੈਂਟ ਨਾਲ ਗੱਲ ਕਰੋ, ਆਪਣਾ ਪ੍ਰੋਗਰਾਮ ਲਓ। ਹਾਂਜੀ, ਮਤਲਬ ਕਿ ਸਾਰੇ ਮਤਲਬ ਜਿਸ ਤਰ੍ਹਾਂ ਹੁਣ ਤੁਸੀਂ ਦੇ ਰਹੇ ਜੇ, ਮਤਲਬ ਇਸ ਤਰ੍ਹਾਂ ਹੀ ਸਾਰੇ ਕਰੋ, ਕੋਸ਼ਿਸ਼ ਮਤਲਬ ਕਰੀਏ ਆਪਾਂ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਸਰ ਜੀ। ਮੈਕਸੀਮਮ ਇਹ ਚੀਜ਼ ਨੂੰ ਹੁਣ ਦਈਏ ਸਪੋਰਟ। ਸਾਡੇ ਵੀ ਕੋਈ ਬਿਲਕੁਲ ਅੱਜ ਤੱਕ ਅਸੀਂ ਕਾਂਗਰਸ ਨੂੰ ਵੋਟ ਪਾਉਂਦੇ ਆਏ ਆ, ਪਰ ਫਸਟ ਟਾਈਮ ਮੈਂ ਮਨ ਕੀਤਾ ਵੀ ਲੋਕਾਂ ਨੂੰ ਖਿੱਚ ਕੇ ਲਿਆਉਣਾ, ਅਕਾਲੀਆਂ ਨੂੰ ਖਿੱਚ ਕੇ ਲਿਆਉਣਾ ਵਾ, ਦੂਜਿਆਂ ਨੂੰ ਖਿੱਚ ਕੇ ਲਿਆਉਣਾ, BSP 'ਚ ਮਿਲਾਉਣਾ ਵਾ, ਔਰ ਬਾਅਦ 'ਚ ਆਪਣਾ ਨੀਲਾ ਝੰਡਾ ਔਰ ਹਾਥੀ ਆਪਣਾ ਪਾਰਲੀਮੈਂਟ 'ਚ ਵੀ ਬੈਠੇਗਾ, ਔਰ ਇੱਥੋਂ ਦੀ ਪੰਜਾਬ 'ਚ ਵੀ ਅਸੈਂਬਲੀ 'ਚ ਕਦੇ ਨਾ ਕਦੇ ਚੀਫ ਮਿਨਿਸਟਰ ਆਪਣਾ ਹੀ ਹੋਊਗਾ। ਇਹ ਉਹਨਾਂ ਨੇ ਸਾਡਾ ਐਡਵਾਂਟੇਜ ਲਿਆ ਵਾ, ਲੈ ਲੈਣ ਦੋ ਐਤਕਾਰੀ ਵਾਰ, ਅਗਲੀ ਵਾਰ ਤੇ ਫਿਰ ਆਪਣਾ ਹੀ ਹੈ। ਇੱਕ ਵਾਰੀ ਦੇ ਤੇ ਕਾਸ਼ੀਰਾਮ ਸਾਹਿਬ ਕਾਸ਼ੀਰਾਮ ਨੇ ਇੱਕ ਵਾਰੀ ਕਿਹਾ ਸੀ, ਕਹਿੰਦਾ ਇੱਕ ਤੇ ਹਾਰਾਂਗੇ ਪਰ ਅਗਲੀ ਵਾਰ ਹਰਾਵਾਂਗੇ ਜੀ। ਇਹੋ ਫਾਰਮੂਲਾ ਲੈ ਕੇ ਚੱਲ ਲਾਂਗੇ, ਕੋਈ ਗੱਲ ਨਹੀਂ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਸਰ ਜੀ, ਥੈਂਕ ਯੂ। ਮੈਂ ਸਵਾਲ ਤੁਹਾਡੇ ਵੱਲ ਲੈ ਰਿਹਾ ਵੀ ਜਿਹੜਾ ਮੋਰਚਾ ਜਦੋਂ ਉੱਥੇ ਗਿਆ, ਮੋਰਚੇ ਦੇ ਵਿੱਚ ਹੁਣ ਵਾਪਸ ਆ ਕੇ ਲੋਕਾਂ ਨੇ ਇਹ ਕਹਿ ਦਿੱਤਾ ਵੀ ਪਾਰਟੀਆਂ ਨਹੀਂ ਬਣਨ ਦੇਣੀਆਂ, ਕੋਈ ਵੀ ਹੋਵੇ, ਕਾਂਗਰਸ ਹੋਵੇ, ਕੋਈ ਵੀ ਹੋਵੇ, ਇਹਦੇ ਨਾਲ ਹੁਣ ਨੁਕਸਾਨ ਤਾਂ ਨਹੀਂ ਹੋਏਗਾ? ਇਹ
ਥੈਂਕ ਯੂ ਚਾਲ ਸਾਹਿਬ, ਤੁਸੀਂ ਫਿਰ ਦੁਬਾਰਾ ਮੈਨੂੰ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ। ਸੋ ਜਿਸ ਮੋਰਚੇ ਦੀ ਤੁਸੀਂ ਗੱਲ ਕਰਦੇ ਉਹ ਕਿਸਾਨ ਮੋਰਚਾ ਜੀ, ਕਿਸਾਨ ਮੋਰਚਾ ਲਗਭਗ ਪਿਛਲੇ 6 ਮਹੀਨੇ ਤੋਂ ਅੰਦੋਲਨ ਕਰ ਰਿਹਾ ਜੀ। ਸੋ ਕਿਸਾਨ ਮੋਰਚੇ 'ਚ ਪਹਿਲੇ ਦਿਨ ਤੋਂ ਬਹੁਜਨ ਸਮਾਜ ਪਾਰਟੀ ਦੀ ਹਮਾਇਤ ਆ, ਜਿੱਥੇ ਬਾਕੀ ਮੰਗਾਂ ਦੀ ਮੰਗ ਕੀਤੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ, ਨਾਲ ਦੀ ਨਾਲ ਕਿਸਾਨਾਂ ਦੇ ਜਿਹੜੇ ਆ ਮਸਲੇ ਆ, ਕਿਸਾਨ ਮੋਰਚੇ ਨੂੰ ਜਿਹੜੇ 'ਚ ਵੀ ਆਪਣਾ ਸਹਿਯੋਗ ਦਿੱਤਾ ਜੀ। ਤੇ ਇਹਦਾ ਕਰਕੇ ਕਿਸਾਨ ਮੋਰਚੇ ਦੀ ਜਿਹੜੀ ਆ ਉਹਦਾ ਕੋਈ ਪ੍ਰਭਾਵ ਨਹੀਂ ਪੈਣਾ ਪਿੰਡਾਂ 'ਚ, ਉਹਦਾ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ। ਤੁਸੀਂ ਪਿਛਲਾ ਇਤਿਹਾਸ ਦੇਖ ਲਓ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਰ ਸੀਟ ਤੋਂ ਦੂਸਰੇ ਨੰਬਰ ਤੇ ਆਈ ਆ। 23 ਤੋਂ 28% ਵੋਟ ਸ਼੍ਰੋਮਣੀ ਅਕਾਲੀ ਦਲ ਦੀ ਰਹੀ, ਚਾਹੇ ਉਹ ਪੰਚੀ ਸਰਪੰਚੀ, ਚਾਹੇ ਬਲਾਕ ਸੰਮਤੀ, ਚਾਹੇ ਜ਼ਿਲ੍ਹਾ ਪ੍ਰੀਸ਼ਦ, ਚਾਹੇ ਵਿਧਾਨ ਸਭਾ ਦੀਆਂ ਤੇ ਚਾਹੇ ਲੋਕ ਸਭਾ ਦੀਆਂ। ਸੋ ਇਹਦੀ ਤਾਜ਼ਾ ਉਦਾਹਰਨ ਜਿਹੜੀ ਆ, ਅਸੀਂ PDA ਦਾ ਗੱਠਜੋੜ ਕਰਕੇ 2019 'ਚ ਲੋਕ ਸਭਾ ਲੜੀ ਆ, ਉੱਥੇ ਵੀ ਅਸੀਂ ਕੋਈ ਸੀਟ ਜਿੱਤ ਨਹੀਂ ਸਕੇ। ਸੋ ਜੇਕਰ ਸਭ ਤੋਂ ਵੱਡੀ ਪਾਰਟੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਔਰ 100 ਸਾਲ ਦਾ ਇਹਨਾਂ ਦਾ ਪੁਰਾਣਾ ਇਤਿਹਾਸ ਆ, ਔਰ 25 ਸਾਲ ਤੋਂ ਵੱਧ ਇਹਨਾਂ ਨੇ ਰਾਜ ਕੀਤਾ, ਤੇ ਹਰ ਸੀਟ ਦਾ ਰਿਕਾਰਡ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਜਾ ਕੇ ਦੇਖ ਲਓ, ਦੂਸਰੇ ਨੰਬਰ ਦੀ ਪਾਰਟੀ ਇਹ ਸਿੱਧ ਹੁੰਦੀ, ਸ਼ੋ ਹੁੰਦੀ ਆ। ਸੋ ਸਾਨੂੰ ਮਤਲਬ ਦੂਸਰੇ ਨੰਬਰ ਦੀ ਪਾਰਟੀ ਨਾਲ ਸਮਝੌਤਾ ਕੀਤਾ, ਔਰ 25 ਸਾਲ ਤੋਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਰਾਜ ਕੀਤਾ 100 ਸਾਲ ਪੁਰਾਣੀ ਪਾਰਟੀ ਆ। ਤੇ ਅਸੀਂ ਤਾਂ ਆਪਣੇ ਪਿਛਲੇ 3 ਇਲੈਕਸ਼ਨਾਂ ਦੇ ਵਿੱਚੋਂ 8.5 ਤੋਂ 5.5 ਔਰ 1.5% ਤੇ ਆ ਗਏ ਆ। 1.5% ਵਾਲੀ ਬਹੁਜਨ ਸਮਾਜ ਪਾਰਟੀ ਜਿਨ੍ਹਾਂ ਨੇ ਰਾਜ ਕੀਤਾ, ਰਾਜ ਕਰਤਾ ਜਮਾਤ ਦੇ ਨਾਲ ਸਮਝੌਤਾ ਕੀਤਾ, ਤੇ ਸਾਨੂੰ ਨੁਕਸਾਨ ਕੀ ਆ ਜੀ? ਠੀਕ ਹੈ। ਔਰ ਅਸੀਂ 50% ਸੀਟਾਂ ਜਿੱਤ ਕੇ ਮਤਲਬ ਆਪਣੀ ਜਿਹੜੀ ਲਗਾਮ ਆਪਣੇ ਹੱਥ ਰੱਖਾਂਗੇ, ਜਾਂ ਸਾਡਾ ਘੋੜਾ ਹੋ ਗਿਆ ਸਾਡੀ ਲਗਾਮ ਹੋਊਗੀ। ਰਲ ਮਿਲ ਭੈਣਾਂ 21 ਪਾਏ, ਇਹਦਾ ਮਤਲਬ ਹੈਗਾ ਕਿ ਭੈਣਾਂ ਸੀ 2 ਸਕੀਆਂ। ਉਹਨੂੰ ਕਿਹਾ ਵੀ ਤੇਰੇ ਕੋਲ ਕਿੰਨੇ? ਕਹਿੰਦੀ ਵੀ ਮੇਰੇ ਕੋਲ ਤਾਂ 2 ਹੀ ਆ। ਕਹਿੰਦੀ 19 ਮੈਂ ਪਾਉਣੀ ਆ, 21 ਹੋ ਜਾਣਗੇ, 21 ਪਾ ਲੈਂਦੇ। ਬਿਲਕੁਲ। ਰਲ ਮਿਲ ਭੈਣਾਂ 21 ਪਾਏ ਜੀ। ਜੈ ਗੁਰਦੇਵ ਜੈ ਭੀਮ ਜੀ। ਜੈ ਗੁਰਦੇਵ ਜੈ ਭੀਮ ਜੀ। ਹੈਲੋ ਜੀ, ਜੈ ਗੁਰਦੇਵ ਜੈ ਭੀਮ ਜੀ। ਜੀ ਹੈਲੋ। ਹਾਂਜੀ ਹਾਂਜੀ, ਤੁਸੀਂ ਆਉਣੇ ਰਾਜ। ਹਾਂਜੀ ਬ੍ਰਦਰ, ਠੀਕ ਠਾਕ ਜੀ? ਜੀ ਬਿਲਕੁਲ ਠੀਕ ਹੈ। ਅੱਛਾ ਜੀ, ਮੈਂ ਪੋਲੀਟੀਸ਼ੀਅਨ ਨਹੀਂ ਉਦਾਂ, ਮੈਂ ਮਾੜੀ ਜੀ ਗੱਲ ਇਹ ਪੁੱਛਣੀ ਤੁਹਾਨੂੰ। ਜਿਹੜੇ ਆਪਣੇ ਮਿਡਲ 'ਚ ਬੈਠੇ ਬਾਬੂ ਜੀ, ਇਹ ਬੱਦਨ ਸਾਹਿਬ ਆਪਣੇ ਇਹ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਦੇ ਆ? ਹਾਂਜੀ, ਹੁਸ਼ਿਆਰਪੁਰ ਦੇ। ਅੱਛਾ, ਮੈਂ ਇਹਨਾਂ ਨੂੰ ਜਾਣਦਾ ਪਰ ਮੈਂ ਇਹਨਾਂ ਦਾ ਉਹਦਾ ਮਸਲੀ ਉਹ ਪ੍ਰੋਗਰਾਮ ਤੋਂ ਤੁਹਾਡੇ ਵਿਸ਼ੇ ਤੋਂ ਬਾਅਦ ਗੱਲ ਕਰਨ ਲੱਗਾ, ਵੱਖਰੀ ਹੈ ਜੀ। ਅੱਛਾ ਜੀ, ਮੈਂ ਤਾਂ ਇਹ ਨਹੀਂ, ਇੱਕ ਵਾਰ ਬਾਬਾ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ਸੀ ਨਸਰ ਵਾਲੇ ਜੀ, ਜਿਹੜੀ ਸੜਕ ਜਾਂਦੀ ਆ ਹੁਸ਼ਿਆਰਪੁਰ ਤੋਂ ਜਲੰਧਰ ਨੂੰ ਜੀ। ਬੱਦਲ ਸਾਹਿਬ ਜਾਣਦੇ ਤੁਸੀਂ? ਤੁਹਾਨੂੰ ਚੇਤਾ? ਹਾਂਜੀ 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 ਚੇਤਾ ਨਾ ਜੀ। ਉਦੋਂ ਫਿਰ ਤੁਸੀਂ ਇੱਕ ਸਤਨਾਮ ਸਿੰਘ ਮਹਿੰਦੇ ਵਾਲਾ ਹੁੰਦਾ ਜਿਹੜਾ ਲਿਖਦਾ ਹੁੰਦਾ ਪੇਪਰ, ਲਿਖਦਾ ਸੀ। ਹਾਂਜੀ, ਮੈਂ ਉਹਨਾਂ ਦੇ ਨਾਲ ਤੁਹਾਨੂੰ ਕਾਫੀ 2-3 ਵਾਰ ਮਿਲਿਆ। ਤਾਂ ਤੁਸੀਂ ਉਹਦਾ, ਮੈਂ ਤਾਂ ਤੁਹਾਡੀ ਸਿਹਤ ਬਾਰੇ ਪੁੱਛਣਾ, ਤੁਸੀਂ ਠੀਕ ਠਾਕ? ਤੁਹਾਡਾ ਰੰਗ ਗੋਰਾ ਬਹੁਤ ਸਾਗੇ, ਉਹਦਾ ਸਿਹਤ ਠੀਕ ਆ ਤੁਹਾਡੀ? ਥੈਂਕ ਯੂ ਜੀ, ਥੈਂਕ ਯੂ। ਮੈਂ ਗੱਲ ਕਰ, ਉਹ ਤੁਹਾਡੀ ਸਿਹਤ ਪੁੱਛ ਰਹੇ ਵੀ ਠੀਕ ਠਾਕ ਹੈ। ਮੈਂ ਬੜੀ, ਤੁਸੀਂ ਤੁਹਾਡੀ ਮਿਹਰਬਾਨੀ ਜਿਹੜਾ ਕਿ ਤੁਸੀਂ ਮੈਨੂੰ ਯਾਦ ਕੀਤਾ, ਤੇ ਸਿਹਤ ਠੀਕ ਠਾਕ ਚੱਲ ਰਹੀ ਆ। ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਤੇ ਤੁਸੀਂ ਇਹ ਅੱਜ ਯਾਦ ਕੀਤਾ ਨਸਰਾਲੇ ਦੇ ਫੰਕਸ਼ਨ ਨੂੰ। ਬਹੁਤ ਮਿਹਰਬਾਨੀ ਜੀ। ਪਿਆਰੇ ਦਰਸ਼ਕੋ, ਸਿਹਤ ਉਹਨਾਂ ਦੇ ਸਾਰਿਆਂ ਦੀ ਠੀਕ ਹੈ ਜਿੰਨੇ ਵੀ ਇੱਥੇ। ਤੁਸੀਂ ਸਾਨੂੰ ਮਸਲੇ ਨਾਲ ਸੰਬੰਧਿਤ ਗੱਲ ਕਰਨੀ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ, ਜੈ ਗੁਰਦੇਵ ਜੀ। ਚਾਲ ਸਾਹਿਬ ਜੀ, ਡਾਕਟਰ ਸੰਧੂ ਬੋਲ ਰਿਹਾ ਜੀ। ਹਾਂਜੀ ਸੰਧੂ ਸਾਹਿਬ। ਬਾਕੀ ਦੋਨੋਂ ਭਰਾਵਾਂ ਨੂੰ ਵੀ ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਜੈ। ਅੱਜ ਤੋਂ ਮੇਰੇ ਖਿਆਲ ਕਾਫੀ ਦੇਰ ਪਹਿਲਾਂ ਇੱਕ ਫਿਲਮ ਦੇਖੀ ਸੀ ਜੀ, ਜਿਹਦੇ ਵਿੱਚ ਇੱਕ ਮੋਟਾ ਜਿਹਾ ਮੁੰਡਾ ਕਹਿੰਦਾ ਮੈਨੂੰ 10 ਨੰਬਰ ਮਿਲੇ ਆ, ਕਹਿੰਦਾ ਇਹ ਮੇਰੇ ਨਾਲ ਦੇ ਨੂੰ ਉਹ ਵੀ ਮੇਰੇ 10 ਨੰਬਰ ਦੇ ਦਿਓ, ਕਿ ਅੱਗੇ ਵੀ ਕਹਿੰਦਾ ਮੈਨੂੰ ਗੋਲਡ ਯਾਦ ਆ ਸੀਗਾ, ਹੁਣ ਵੀ ਗੋਲਡ ਰਹਿ ਜਾਊਗਾ ਜੀ। ਮੇਰੇ ਹਿਸਾਬ ਦੇ ਨਾਲ ਤੇ ਇਹ BSP ਨੂੰ ਕੋਈ ਫਰਕ ਨਹੀਂ ਪੈਣ ਲੱਗਾ, ਸਗੋਂ ਫਾਇਦਾ ਹੋਏਗਾ ਜੀ ਇਹ ਜੋ ਸਮਝੌਤਾ ਹੋਇਆ। ਹੈਲੋ। ਹਾਂਜੀ ਹਾਂਜੀ, ਤੁਸੀਂ ਗੱਲ ਕਰੋ ਜੀ। ਜੋ ਸਮਝੌਤਾ ਹੋਇਆ ਜੀ, ਉਹਦੇ ਨਾਲ ਫਾਇਦਾ ਹੀ ਹੋਏਗਾ। ਦੂਸਰੇ ਪਾਸੇ ਕਾਂਗਰਸ ਜਿਹਨੂੰ ਅਸੀਂ ਮਾਂ ਪਾਰਟੀ ਕਹਿੰਦੇ ਆ ਜੀ, ਉਹਦੀ ਮੈਂ ਇੱਕੋ ਹੀ ਤੁਹਾਨੂੰ ਫੈਮਿਲੀ ਬਾਰੇ ਦੱਸਣ ਲੱਗਾ। ਜਿਹੜਾ ਬਿਆਨ ਸਿੰਘ ਸੀਗਾ ਜੀ, ਬਿਆਨ ਸਿੰਘ ਮਰ ਗਿਆ ਜੀ, ਉਸ ਤੋਂ ਬਾਅਦ ਉਹਦੀ ਕੁੜੀ ਨੂੰ ਸੀਟ ਮਿਲੀ। ਹਾਂਜੀ, ਬਬਲੀ ਸ਼ਾਇਦ, ਗੁਰਕਮਲ ਕੌਰ। ਹਾਂਜੀ ਹਾਂਜੀ, ਗੁਰਕਮਲ ਕੌਰ। ਉਹਦੇ ਭਰਾ ਨੂੰ ਫਿਰ ਉਹਦਾ ਗੁਰਕੀਰਤ ਉਹਨਾਂ ਦਾ ਮੁੰਡਾ, ਹਾਂਜੀ, ਹੁਣ ਰਵਰੀਤ ਹੈ। ਹਾਂਜੀ, ਉਹ ਤੋਂ ਬਾਅਦ ਦੇ ਵਿੱਚ ਪਿਛਲੇ 2 ਹਫ਼ਤੇ ਪਹਿਲਾਂ ਅਨਾਉਂਸ ਹੋਇਆ ਕਿ ਉਹਨਾਂ ਦੇ ਇੱਕ DSP ਬਣਾ ਰਹੇ ਆ। ਹਾਂਜੀ, ਕੀ ਇੱਕ ਫੈਮਿਲੀ ਨੂੰ ਸਾਰਾ ਕੁਝ ਦੇ ਰਿਹਾ। 117 ਸੀਟਾਂ ਭਰਾ ਜੀ, ਕਿ
ਇਹ ਬਾਕੀ ਸਾਰੀ ਜਨਤਾ ਪੰਜਾਬ ਵਿੱਚ ਹੈ ਨਹੀਂ। ਜਿਹੜੇ ਸਾਡੇ ਵੀ ਭਰਾ ਜਿਹੜੇ ਅੱਜ ਦੇ ਹੀ ਇਹ ਮਾਂ ਪਾਰਟੀ ਕਹਿੰਦੇ ਰਹੇ ਆ, ਉਹਨਾਂ ਨੂੰ ਹੈ ਨਹੀਂ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਇੱਕੋ ਫੈਮਿਲੀ ਨੂੰ ਸਾਰਾ ਕੁਝ ਦੇ ਦੇਣਾ। ਅਸੀਂ ਸੁਣੀ ਦਾ ਸਾਰਾ ਕੁਝ ਹੈ ਜੀ। ਕਈ ਕਹਿੰਦੇ ਨਹੀਂ, ਕਿਉਂਕਿ ਜਿਸ ਵੇਲੇ ਕਹਿੰਦੇ ਜਿਹੜੇ ਕਈ ਕਹਿੰਦੇ ਆ ਤਾਂ ਫਿਰ ਭਾਂਬੜ ਬਲਦਾ ਹੈਗਾ। ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ BSP ਨੂੰ ਫਾਇਦਾ ਹੋਏਗਾ, ਕੋਈ ਘਾਟਾ ਨਹੀਂ ਪੈਣ ਲੱਗਾ ਜੀ। ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ। ਇਹਨੇ ਸਵਾਲ ਤੁਹਾਡੇ ਲਈ ਛੱਡਿਆ ਵੀ ਜੋ ਬੇਅੰਤ ਸਿੰਘ ਦੀ ਡੈਥ ਤੋਂ ਬਾਅਦ ਉਹਨਾਂ ਨੂੰ ਪਰਿਵਾਰ ਨੂੰ ਕਾਫੀ ਲਾਭ ਦਿੱਤਾ ਵੀ ਉਹਨਾਂ ਨੇ ਠੇਕਾ ਚੁੱਕਿਆ ਸਾਰਾ। ਇਹ ਦੇਖੋ ਜਿਹੜੀ ਕਾਂਗਰਸ ਦੇ ਵਿੱਚ ਇੱਕ ਪਰਿਵਾਰਵਾਦ ਜਿਹੜਾ ਨਾ ਇਹ ਬੜਾ ਪ੍ਰਵੇਲ ਹੋ ਰਿਹਾ ਜੀ। ਇਹ ਪਤਾ ਨਹੀਂ ਅੱਜ ਵੀ ਦੇਖ ਲਓ, ਜੇ ਤੁਸੀਂ ਹੁਣ ਗੱਲ ਚੱਲਦੀ ਹੈ ਕਰਨੀ ਪੈਂਦੀ ਆ, ਦਿੱਲੀ ਵਿੱਚ ਲਾ ਲਓ ਗਾਂਧੀ ਪਰਿਵਾਰ ਆ ਉਹ ਚੱਲਿਆ ਜਾ ਰਿਹਾ। ਹੁਣ ਬੇਅੰਤ ਸਿੰਘ ਦੀ ਡੈਥ ਤੋਂ ਬਾਅਦ ਉਹਦੀ ਸੈਕਰੀਫਾਈਸ ਸੀ, ਉਹਦੀ ਕੁਰਬਾਨੀ ਸੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜੇ ਲਿਆਇਆ। ਨਹੀਂ ਤਾਂ ਜੋ ਪੰਜਾਬ ਦਾ ਹਾਲ ਹੋ ਰਿਹਾ ਸੀ ਉਹ ਘਰ ਘਰ ਪਿੰਡ ਪਿੰਡ ਲੋਕਾਂ ਨੂੰ ਪਤਾ। ਇਸ ਵੇਲੇ ਕਹਿਣ ਵਾਲੀ ਗੱਲ ਨਹੀਂ, ਦੁਨੀਆ ਜਾਣਦੀ ਆ। ਇੱਕ ਪਾਸਾ ਹੀ ਨਾ ਆਪਾਂ ਲਈਏ, ਦੂਸਰੇ ਪਾਸੇ ਨੂੰ ਵੀ ਸੋਚੀਏ ਵੀ ਉੱਥੇ ਹਾਲਾਤ ਕੀ ਹੋ ਗਏ ਸੀ। ਖੈਰ ਉਹ ਤੋਂ ਬਾਅਦ ਉਹਦੀ ਜਿਸ ਤਰ੍ਹਾਂ ਉਹਦਾ ਅਸੈਸੀਨੇਸ਼ਨ ਹੋਇਆ, ਉਹ ਤੋਂ ਬਾਅਦ ਇਹ ਇੱਦਾਂ ਹੋ ਜਾਂਦਾ ਵੀ ਉਹਦੀ ਫੈਮਿਲੀ ਨੂੰ ਉਹਦੇ ਲੜਕੇ ਨੂੰ ਨਹੀਂ ਸੀਟ ਦੇਤੀ ਜਲੰਧਰੋਂ ਜੀ, ਅਤੇ ਫਿਰ ਗੁਰਕਮਲ ਨੂੰ, ਹੁਣ ਗੁਰਕਮਲ ਵੀ ਡਿਸਅਪੀਅਰ ਹੋ ਗਈ ਆ, ਉਹ ਲੜਕਾ ਵੀ ਹੋ ਗਿਆ, ਹੁਣ ਇਹ ਪੋਤਾ ਆ ਇੱਕ। ਬਿਲਕੁਲ ਮੈਂ ਸ਼ਾਇਦ ਰਣਬੀਰ ਬਿੱਟੂ ਜਿਹਨੇ ਆਹ ਜਿਹੜੇ ਬਿਆਨ ਦਿੱਤੇ ਆ, ਇੰਨੇ ਮੈਂ ਉਹਨੂੰ ਇੰਨੀ ਲਾਹਨਤ ਪਾਉਂਦਾ ਕਿ ਉਸ ਆਦਮੀ ਦੀ ਇਹ ਸੋਚ ਆ ਕਿ ਇਹ ਜਿਹੜੀ ਕਾਂਗਰਸ ਪਾਰਟੀ ਆ ਸਾਡੇ ਲੋਕਾਂ ਕਰਕੇ ਤਾਂ ਕਾਂਗਰਸ ਪਾਰਟੀ ਖੜੀ ਆ। ਬਿਲਕੁਲ ਜੇ ਵਿਦਡਰਾ ਐ ਕਰ ਲੈਣ ਤਾਂ ਇਹ ਬਿੱਟੂ ਕਦੀ ਜਿੱਤ ਹੀ ਨਹੀਂ ਸਕਦਾ। ਬਿਲਕੁਲ। ਖੈਰ ਡੋਗਰ ਜੀ ਦੀ ਗੱਲ ਨਾਲ ਮੈਂ ਥੋੜ੍ਹੀ ਜਿਹੀ ਇਹਨੂੰ ਇਸ ਤਰ੍ਹਾਂ ਕਲੀਅਰ ਕਰ ਦਿੰਦਾ ਵੀ ਜਦੋਂ ਵੀ ਇਹ ਰਿਵਾਜ ਆ ਜਾਂ ਸਾਡੇ ਭਾਵਨਾ ਹੁੰਦੀ, ਜਦੋਂ ਫੌਜੀ ਵੀ ਆ ਜਾਂ ਪੁਲਿਸ ਵਿੱਚ ਵੀ ਆ ਜਾਂ ਕੋਈ ਟੀਚਰ ਵੀ, ਜੋ ਉਹਦਾ ਪਰਿਵਾਰ ਦਾ ਕੋਈ ਮੈਂਬਰ ਡੈਥ ਹੋ ਜਾਂਦੀ ਆ ਤਾਂ ਉਹਦੀ ਜਗ੍ਹਾ ਉਹਨਾਂ ਦੇ ਪਰਿਵਾਰ ਨੂੰ ਦੇ ਦਿੱਤੀ ਜਾਂਦੀ। ਕਮਰ ਤੱਕ ਅਤੇ ਉਹਦੇ ਮੁੰਡੇ ਤੱਕ ਤਾਂ ਗੱਲ ਸਹੀ ਆ, ਲੇਕਿਨ ਉਸ ਤੋਂ ਬਾਅਦ ਜਿਹੜੀ ਆ ਉਹ ਸਾਰੀ ਗੱਲ ਗਲਤ ਆ। ਸੋ ਇਹ ਨਹੀਂ ਹੋਣਾ ਚਾਹੀਦਾ ਜੀ। ਜੈ ਗੁਰਦੇਵ, ਜੈ ਭੀਮ ਜੀ। ਹੈਲੋ ਜੀ। ਹਾਂਜੀ, ਜੈ ਗੁਰਦੇਵ, ਜੈ ਭੀਮ ਜੀ। ਚਾਲ ਸਾਹਿਬ ਜੈ ਗੁਰਦੇਵ, ਜੈ ਭੀਮ ਜੀ। ਚਾਲ ਸਾਹਿਬ ਮੈਂ ਗੁਰਪ੍ਰੀਤ ਬੋਲਦਾ ਜੀ ਬਾਂਸੀ ਜੀ ਜੀ। ਪਹਿਲਾਂ ਤਾਂ ਮੇਰੇ ਪਿਆਰੇ ਸਤਿਕਾਰਯੋਗ ਸਾਥੀ ਲੇਖਰਾਜ ਜੱਖੂ ਜੀ ਔਰ ਵਤਨ ਸਾਹਿਬ ਨੂੰ ਦੋਨਾਂ ਨੂੰ ਮੇਰੇ ਵੱਲੋਂ ਜੈ ਭੀਮ, ਜੈ ਭਾਰਤ, ਜੈ ਗੁਰਦੇਵ ਜੀ। ਜੀ ਜੈ ਗੁਰਦੇਵ, ਜੈ ਭੀਮ ਜੀ। ਔਰ ਚਾਲ ਸਾਹਿਬ ਇਹ ਜਿਹੜਾ ਵਿਸ਼ਾ ਤੁਸੀਂ ਅੱਜ ਛੇੜਿਆ ਇਹ ਬਹੁਤ ਹੀ ਜ਼ਰੂਰੀ ਵਿਸ਼ਾ ਸੀਗਾ, ਇੱਕ ਭੱਖ ਦਾ ਮਸਲਾ ਹੈ ਔਰ ਇਹ ਕਾਬਲੇ ਤਾਰੀਫ ਹੈ। ਕਾਂਚੀ ਟੀਵੀ ਨੂੰ ਮੈਂ ਇਸ ਗੱਲ ਦੀ ਵਧਾਈ ਪੇਸ਼ ਕਰਦਾ ਹੈਗਾ। ਥੈਂਕ ਯੂ ਤੁਹਾਡਾ ਵੀ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆਏ ਆ ਜੀ। ਔਰ ਇਹਦੇ 'ਚ ਮੈਂ ਇਹ ਦੱਸਣਾ ਚਾਹੁੰਦਾ, ਗੱਲ ਕਰਨਾ ਚਾਹੁੰਦਾ ਕਿ ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ ਨੇ 4 ਵਾਰੀ ਯੂਪੀ ਦੇ ਵਿੱਚ ਸਰਕਾਰ ਬਣਾਈ ਹੈਗੀ ਆਪਣੀ। ਔਰ 4 ਵਾਰੀ ਜਿਹੜੀ ਸਰਕਾਰ ਬਣੀ ਹੈ ਉਹ ਪਹਿਲੀ 3 ਵਾਰੀ ਜਿਹੜੇ ਸਮਝੌਤੇ ਹੋਏ ਆ, ਪਹਿਲੀ 3 ਵਾਰੀ ਜਿਹੜੀ ਸਰਕਾਰ ਬਣੀ ਆ ਕੁਛ ਮਹੀਨਿਆਂ ਦੀ, ਉਹ ਸਮਝੌਤਿਆਂ ਨਾਲ ਹੀ ਸਰਕਾਰ ਬਣੀ ਹੈ। ਔਰ ਉਹਨਾਂ ਸਮਝੌਤਿਆਂ ਦੇ ਵਿੱਚ ਜਿਹੜੇ ਸਾਹਿਬ ਕਾਂਸ਼ੀ ਰਾਮ ਜੀ ਨੇ ਕਮਿਊਨਿਟੀ ਲਈ, ਸਮਾਜ ਲਈ, ਭਾਈਚਾਰੇ ਲਈ, ਬਹੁਜਨ ਲਈ ਜਿਹੜੇ ਕੰਮ ਕੀਤੇ ਆ, ਉਹਨਾਂ ਕੰਮਾਂ ਤੋਂ ਪ੍ਰੇਰਿਤ ਹੋ ਕੇ ਚੌਥੀ ਵਾਰ ਬਹੁਮਤ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣੀ ਹੈ ਯੂਪੀ ਦੇ ਵਿੱਚ। ਯੂਪੀ ਪੰਜਾਬ ਨਾਲੋਂ 7 ਗੁਣਾ ਵੱਡੀ ਸਟੇਟ ਹੈ। 7 ਪੰਜਾਬ ਹੋਣ ਤਾਂ 1 ਉੱਤਰ ਪ੍ਰਦੇਸ਼ ਬਣਦਾ ਹੈ। ਬਿਲਕੁਲ। तो बाबा साहब डॉक्टर अम्बेडकर जी ने सीधे तौर पर सानू संदेश दिता है, कांग्रेस एक ऐसा जलता हुआ महल है जो इसमें जाएगा वो राख हो जाएगा जी। कांग्रेस ने साडे ही भाईचारे दे विचों, नेहरू ने साडे ही भाईचारे दे विचों बंदा खड़ा करके बाबा साहब दे खिलाफ इलैक्शन जिता लिया सी। इलैक्शन जितण तो बाद कावलकर ने जिहड़ा जित्तिया सी उहने बाबा साहब नूं कहा कि बाबा साहब मैनूं तां बोलना नहीं आउंदा, मैनू नहीं कुछ पता मैं इलैक्शन किद्दां जित्तिया, नेहरू ने जो पैसा किया लाया, जो भी कमाया, जो भी लाया, नेहरू ने मैनू जिताया। हुण मेरा सन्मान समारोह आ डॉक्टर अम्बेडकर साहब, मैं तुहाडी बदौलत इत्थे पहुंचिया, की तुसीं मेरे सन्मान समारोह दे विच आओगे जी। बाबा साहब डॉक्टर बड़े दूर अंदेशी सन, वो उत्थे पहुंचे, उत्थे गए। बाबा साहब जिस वेले उहदे विरोध च हारे आ तां उहनां दा चोण निशान भी हाथी सी। मैं साध संगत नूं दसना चाहुंदा, ये हाथी चोण निशान सिर्फ बहुजन समाज पार्टी का नहीं, बाबा साहब डॉक्टर अंबेडकर जी का दिता होया चोण निशान हाथी है जी।
ਔਰ ਉਸ ਹਾਥੀ ਨੂੰ ਬਾਬਾ ਸਾਹਿਬ ਨੇ ਜਦੋਂ ਕਾਵਸਕਰ ਦੇ ਪ੍ਰੋਗਰਾਮ ਸਨਮਾਨ ਦੇ ਵਿੱਚ ਗਏ ਆ, ਜਿਹੜਾ ਉਹਨਾਂ ਦੇ ਵਿਰੁੱਧ ਜਿੱਤਿਆ ਸੀਗਾ, ਉੱਥੇ ਉਹਨਾਂ ਨੇ ਕਿਹਾ ਖੜੇ ਹੋ ਕੇ, ਕਾਵਸਕਰ ਮੈਂ ਤੇਰੇ ਇਸ ਸਨਮਾਨ ਸਮਾਰੋਹ ਦੇ ਵਿੱਚ ਇਸ ਕਰਕੇ ਆਇਆ, ਤੈਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਹਾਥੀ ਹੁੰਦਾ ਨਾ, ਬੈਠਾ ਹੋਇਆ ਵੀ ਖੜੇ ਗਧੇ ਤੋਂ ਉੱਚਾ ਹੁੰਦਾ ਜੀ। ਬਿਲਕੁਲ, ਜਿਹੜਾ ਗਧਾ ਆ ਉਹ ਖੜਾ ਵੀ ਹੋਵੇ, ਚਾਹੇ ਬੈਠਾ ਹਾਥੀ ਬੈਠਾ ਵੀ ਗਧੇ ਤੋਂ ਉੱਚਾ ਹੁੰਦਾ। ਬਿਲਕੁਲ। ਸੋ ਬਾਬਾ ਸਾਹਿਬ ਦੀ ਇਸ ਗੱਲ ਦਾ ਬਹੁਤ ਵੱਡਾ ਸੰਦੇਸ਼ ਹੈ। ਮੈਂ ਆਪਣੇ ਬਹੁਜਨ ਸਮਾਜ ਨੂੰ ਇਹ ਸੰਦੇਸ਼ ਬਾਬਾ ਸਾਹਿਬ ਦਾ ਰਿਪੀਟ ਕਰਕੇ ਦੱਸਣਾ ਚਾਹੁੰਦਾ ਕਿ ਕਦੇ ਵੀ ਉਸ ਤਰ੍ਹਾਂ ਦੀ ਕਿਸੇ ਮੂਵਮੈਂਟ ਦੇ ਵਿੱਚ ਸ਼ਾਮਲ ਨਾ ਹੋਵੋ ਜਿਹੜੀ ਬਾਬਾ ਸਾਹਿਬ ਦੇ ਮਿਸ਼ਨ ਦੇ ਅਗੇਂਸਟ ਜਾਂਦੀ ਹੋਵੇ ਜੀ। ਬਾਬਾ ਸਾਹਿਬ ਦੇ ਮਿਸ਼ਨ ਨੂੰ ਅਗਾਂਹ ਲਿਜਾ ਕੇ ਲਿਜਾਣ ਵਾਲੀ ਪਾਰਟੀ ਜਿਹਦਾ ਨਾਮ ਬਹੁਜਨ ਸਮਾਜ ਪਾਰਟੀ ਹੈ, ਔਰ ਅੱਜ ਸਾਨੂੰ ਮੌਕਾ ਮਿਲਿਆ ਬੜੇ ਲੰਬੇ ਸਮੇਂ ਦੇ ਬਾਅਦ 'ਚ ਬਾਬਾ ਸਾਹਿਬ ਦੀ ਮੂਵਮੈਂਟ ਨੂੰ ਅਗਾਂਹ ਵਧਾਉਣ ਦਾ ਪੰਜਾਬ ਦੇ ਵਿੱਚ। ਸੋ ਆਓ ਸਾਥੀਓ, ਰਲ ਮਿਲ ਕੇ ਆਪਾਂ ਬਹੁਜਨ ਸਮਾਜ ਦੀ ਮੂਵਮੈਂਟ ਨੂੰ, ਬਹੁਜਨ ਸਮਾਜ ਪਾਰਟੀ ਨੂੰ ਸਟਰੋਂਗ ਕਰਨ ਦੇ ਵਿੱਚ ਆਪਣਾ ਯੋਗਦਾਨ ਪਲੇ ਕਰੀਏ। ਇਹ ਇੱਕ ਬਹੁਤ ਵਧੀਆ ਸਾਡੇ ਲਈ ਸੁਭਾਗਾ ਮੌਕਾ ਹੈ ਜੀ। ਅੱਜ ਆਪਾਂ 4 MLA 5 MLA 10 MLA ਜਿਤਾਵਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਇਹ 10 ਹੋ ਕੇ 20 ਹੋਣਗੇ, 10 ਦਾ ਡਬਲ ਹੋਊਗਾ, ਇਸ ਗੱਲ ਦੀ ਗਰੰਟੀ ਹੈ ਜੀ ਜੀ। ਸੋ ਮੈਂ ਆਪਣਾ ਸੰਦੇਸ਼ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਇਹਨੂੰ ਕਿਸੇ ਵੀ ਨੈਗੇਟਿਵ ਤਰੀਕੇ ਨਾਲ ਨਾ ਦੇਖਿਆ ਜਾਵੇ। ਇਹ ਇੱਕ ਬਹੁਤ ਵਧੀਆ ਬਹੁਜਨ ਸਮਾਜ ਦੇ ਲਈ ਕਾਰਗਰ ਸਮਝੌਤਾ ਸਾਬਤ ਹੋਣ ਵਾਲਾ ਹੈ। ਆਓ ਰਲ ਮਿਲ ਕੇ ਇਹਦੇ 'ਚ ਆਪਣਾ ਸਹੀ ਦਿਸ਼ਾ 'ਚ ਯੋਗਦਾਨ ਪਾਈਏ। ਆਪਣੇ ਦੋਸਤਾਂ, ਰਿਸ਼ਤੇਦਾਰਾਂ, ਸੱਜਣ ਮਿੱਤਰਾਂ ਨੂੰ ਜਿਹੜੇ ਵੀ ਕਿਤੇ ਦੂਸਰੀਆਂ ਪਾਰਟੀਆਂ 'ਚ ਬੈਠੇ ਆ, ਉਹਨਾਂ ਨੂੰ ਪ੍ਰੇਰਿਤ ਕਰਕੇ ਬਹੁਜਨ ਸਮਾਜ ਪਾਰਟੀ ਚੋਣ ਨਿਸ਼ਾਨ ਹਾਥੀ ਨਾਲ ਜੋੜਨ ਦਾ ਉਪਰਾਲਾ ਕਰੀਏ। ਔਰ ਜਿਹੜਾ ਇਹ ਗੱਠਜੋੜ ਹੋਇਆ ਬਹੁਜਨ ਸਮਾਜ ਲਈ ਬਹੁਤ ਭਾਗਾਂ ਵਾਲਾ ਹੈ, ਬਹੁਤ ਵਧੀਆ ਸਾਬਤ ਹੋਣ ਵਾਲਾ ਹੈ। ਔਰ ਜਿਹੜੇ ਰਵਨੀਤ ਬਿੱਟੂ ਨੇ, ਦੇਖ ਲਓ ਕਾਂਗਰਸ ਦੇ ਵਿੱਚ ਬੈਠੇ ਹੋਏ ਇੱਕ ਰਵਨੀਤ ਬਿੱਟੂ ਨੇ, ਕਾਂਗਰਸ ਦੇ ਜਿਹੜੇ ਪੁਰਾਣੇ ਬੰਦੇ ਆ, ਬੇਅੰਤ ਸਿੰਘ ਦੇ ਪੋਤੇ ਨੇ ਇਹ ਬਿਆਨ ਦਿੱਤਾ, ਉਹਨੂੰ ਸ਼ਰਮਨਾਕ ਇਹ ਬਿਆਨ ਹੈ ਔਰ ਮੈਂ ਇਹਦੀ ਨਿੰਦਿਆ ਕਰਦਾ। ਔਰ ਸਾਡੇ ਸਮਾਜ ਦੇ ਜਿਹੜੇ ਲੋਕ ਕਾਂਗਰਸ 'ਚ ਬੈਠੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਤੁਹਾਨੂੰ ਕਿਸ ਤਰੀਕੇ ਨਾਲ ਜਲੀਲ ਕੀਤਾ ਜਾ ਰਿਹਾ ਜੀ, ਤੁਹਾਨੂੰ ਕਿਸ ਤਰੀਕੇ ਨਾਲ ਪਵਿੱਤਰ ਅਪਵਿੱਤਰ ਦੇ ਵਿੱਚ ਜਲੀਲ ਕੀਤਾ ਜਾ ਰਿਹਾ। ਆਨੰਦਪੁਰ ਸਾਹਿਬ ਦੀਆਂ ਸੀਟਾਂ ਨੂੰ ਪਵਿੱਤਰ ਮੰਨ ਕੇ ਇਹ ਕਿਹਾ ਗਿਆ ਕਿ ਇਹ ਅਪਵਿੱਤਰ ਲੋਕਾਂ ਨੂੰ ਦਿੱਤੀਆਂ ਗਈਆਂ। ਹੁਣ ਜਿਹੜੇ ਵੀ ਲੋਕ ਸਾਡੇ ਕਾਂਗਰਸ ਜਾਂ ਦੂਸਰੀਆਂ ਪਾਰਟੀਆਂ 'ਚ ਬੈਠੇ ਆ, ਤੁਹਾਡੀ ਦਸ਼ਾ ਕੀ ਹੈ, ਤੁਹਾਨੂੰ ਉਹ ਕੀ ਕਿੱਥੇ ਤੱਕ ਸਮਝਦੇ ਆ। ਅੱਛਾ, ਜੇ ਕਾਸਟ ਦੇ ਆਧਾਰ ਤੇ ਗੱਲ ਕਰੀਏ ਤਾਂ ਜਿਹੜਾ ਬੇਅੰਤ ਸਿੰਘ ਆ, ਉਹ ਇਹ ਪਰਿਵਾਰ ਜਿਹੜਾ ਉਹ ਉਸ ਪਰਿਵਾਰ 'ਚ ਨਹੀਂ ਆਉਂਦਾ ਜਿਹਦੇ ਦਿਨ ਰਾਤ ਆਪਾਂ ਗੱਲ ਕਰਦੇ ਹਾਂ। ਦੇਖੋ ਬਾਬਾ ਸਾਹਿਬ ਇਹ ਬਹੁਜਨ ਕੈਟੇਗਰੀ ਆ। ਬਾਬਾ ਸਾਹਿਬ ਦੇ ਬੇਅੰਤ ਸਿੰਘ ਜ਼ਿਮੀਂਦਾਰ ਬਰਾਦਰੀ ਚੋਂ ਨਹੀਂ, ਬੇਅੰਤ ਸਿੰਘ ਜ਼ਿਮੀਂਦਾਰ ਇਹ ਚਾਲ ਸਾਹਿਬ। ਚਲੋ ਠੀਕ ਹੈ ਜੀ। ਹਾਂਜੀ, ਚਾਲ ਸਾਹਿਬ ਦੀ 1921 ਦੀ ਮਰਦਮਸ਼ੁਮਾਰੀ ਕੱਢ ਕੇ ਦੇਖੀਏ ਤਾਂ ਇਹ ਜਿਹੜੇ ਵੀ ਪੰਜਾਬ ਦਾ ਜੱਟ ਸਮਾਜ ਹੈਗਾ ਉਹ ਸ਼ੂਦਰ ਕੈਟੇਗਰੀ 'ਚ ਆਉਂਦਾ ਹੈਗਾ ਆ। ਬਿਲਕੁਲ ਬਿਲਕੁਲ। ਇਹ ਵਰਨ ਵਿਵਸਥਾ ਦੇ ਹਿਸਾਬ ਨਾਲ ਦੇਖੀਏ ਉਹ ਸ਼ੂਦਰ ਕੈਟੇਗਰੀ 'ਚ ਆਉਂਦਾ ਹੈਗਾ ਆ। ਪਰ ਇਹਨਾਂ ਨੇ ਆਪਣੀ ਜਾਤੀ ਮਾਨਸਿਕਤਾ ਇਸ ਗੱਲ ਕਰਕੇ ਸ਼ੋਅ ਕੀਤੀ ਹੈਗੀ ਹੈ ਕਿ ਅਸੀਂ ਕਾਂਗਰਸ ਦੇ ਕੁਝ ਰਾਜਕਰਤਾ ਪਾਰਟੀ ਦੇ ਅੱਜ ਉੱਚੇ ਘਰਾਣੇ 'ਚ ਸ਼ਾਇਦ ਆਪਣੇ ਆਪ ਨੂੰ ਸਮਝਦੇ ਆ, ਪਰ ਇਹਨਾਂ ਨੇ ਸਾਬਿਤ ਕਰਤਾ ਕਿ ਅਸੀਂ ਇਹਨਾਂ ਨੇ ਇਸ ਗੱਲ ਨੂੰ ਵੀ ਜਲੀਲ ਕੀਤਾ ਹੈਗਾ। ਮੈਂ ਇਹ ਸਮਝਦਾ ਕਿ ਇਹਨਾਂ ਦੇ ਸਿਰ ਤੇ ਪੱਗ ਬੰਨੀ ਹੋਈ ਆ, ਪਰ ਪੱਗ ਦੀ ਲਾਜ ਨਹੀਂ ਰੱਖੀ। ਪੱਗ ਦੇ ਵਿੱਚ ਤਾਂ ਗੁਰੂ ਸਾਹਿਬਾਨ ਨੇ ਬਹੁਤ ਵੱਡਾ ਇੱਕ ਰੁਤਬਾ ਦਿੱਤਾ ਸੀ, ਇਨ ਗਰੀਬ ਸਿੱਖਣ ਕੋ ਤੂੰ ਪਾਤਸ਼ਾਹੀ ਯਾਦ ਕਰੇ ਹਮਰੀ ਗਿਰਵਾਈ, ਪਰ ਇਹਨਾਂ ਨੇ ਉਸ ਪੱਗ ਦੀ ਲਾਜ ਨਹੀਂ ਰੱਖੀ। ਪੱਗ ਬੰਨ੍ਹ ਕੇ ਲੋਕਾਂ ਨੂੰ ਪਵਿੱਤਰ ਅਪਵਿੱਤਰ ਸ਼ਬਦਾਂ ਦੇ ਨਾਲ ਪ੍ਰੇਰਿਤ ਕੀਤਾ। ਇਹ ਬਹੁਤ ਵੱਡਾ ਇਹਨਾਂ ਲਈ ਇੱਕ ਘਾਤਕ ਸਾਬਤ ਹੋਏਗਾ। ਮੈਂ ਆਪਣੇ ਸਾਰੇ ਬਹੁਜਨ ਸਮਾਜ ਨੂੰ ਬੇਨਤੀ ਅਪੀਲ ਕਰਦਾ, ਸਾਧ ਸੰਗਤ ਨੂੰ, ਕਿ ਜਿਹੜੇ ਵੀ ਕਾਂਗਰਸ 'ਚ ਬੈਠੇ ਆ, ਕਾਂਗਰਸ ਨੂੰ ਛੱਡ ਕੇ ਦੇਖੋ ਤੁਹਾਨੂੰ ਕਿਸ ਤਰੀਕੇ ਨਾਲ ਜਲੀਲ ਕੀਤਾ ਜਾ ਰਿਹਾ। ਤੁਸੀਂ ਜਿੰਨਾ ਚਿਰ ਮਰਜ਼ੀ ਆਉਣ ਵਾਲੀਆਂ ਪੁਰਾਣੀਆਂ ਵੀ ਪੁਸ਼ਤਾਂ ਤੋਂ ਇਹਨਾਂ ਦੀ ਸੇਵਾ ਕਰਦੇ ਰਹੇ ਹੋਵੋਗੇ, ਪਰ ਤੁਹਾਨੂੰ ਕਿਸ ਐਂਗਲ ਤੋਂ ਕਿਸ ਨਜ਼ਰ ਨਾਲ ਇਹ ਦੇਖਦੇ ਆ, ਅੱਜ ਇਹਨਾਂ ਦੇ ਜਵਾਨੀ ਤੁਸੀਂ ਆਪ ਸੁਣ ਸਕਦੇ ਆ। ਸੋ ਮੈਂ ਬੇਨਤੀ ਕਰਦਾ ਕਿ ਆਉਣ ਵਾਲਾ ਸਮਾਂ ਬਹੁਜਨ ਸਮਾਜ ਪਾਰਟੀ ਲਈ ਬਹੁਤ ਹੀ ਵਧੀਆ ਆ। ਬਹੁਜਨ ਸਮਾਜ ਜੋ ਭਾਵ ਆ ਕਿ ਬਹੁਜਨ ਭਾਈਚਾਰੇ ਲਈ, ਬਹੁਜਨ ਸਾਡੇ ਘੱਟ ਗਿਣਤੀਆਂ ਲਈ, ਘੱਟ ਗਿਣਤੀਆਂ ਦੇ ਵਿੱਚ ਸਾਰੇ ਆਉਂਦੇ ਆ, ਬੋਧੀ, ਜੈਨੀ, ਇਹ ਈਸਾਈ, ਇਹ ਸਾਡੇ ਜਿਹੜੇ ਦਲਿਤ ਭਾਈਚਾਰਾ ਹੈਗਾ ਆ, ਈਵਨ ਮਾਈਨੋਰਿਟੀਜ਼ ਜਿੰਨੀਆਂ ਵੀ ਹੈਗੀਆਂ ਸਾਰੀਆਂ ਬਹੁਜਨ ਦੇ ਵਿੱਚ ਆਉਂਦੀਆਂ। ਸਭ ਨੂੰ ਬੇਨਤੀ ਹੈ ਕਿ ਆਓ ਰਲ ਮਿਲ ਕੇ ਬਹੁਜਨ ਸਮਾਜ ਪਾਰਟੀ ਦਾ ਆਪਾਂ ਸਾਥ ਦਈਏ, ਅੱਗੇ ਵਧੀਏ। ਔਰ ਇਹੀ ਇੱਕ ਮੂਵਮੈਂਟ ਹੈ ਪੂਰੇ ਦੇਸ਼ ਵਿੱਚ ਜਿਹੜੀ ਮਨੂਵਾਦ ਨੂੰ ਟੱਕਰ ਦੇ ਸਕਦੀ ਹੈ। ਬਾਕੀ ਸਾਰੀਆਂ ਖੇਤਰੀ ਪਾਰਟੀਆਂ ਕਿਸੇ ਤਰ੍ਹਾਂ ਦੀ ਟੱਕਰ ਨਹੀਂ ਦੇ ਸਕਦੀਆਂ ਮਨੂਵਾਦ। ਬਾਬਾ ਸਾਹਿਬ ਦਾ ਇੱਕ ਐਸਾ ਅੰਦੋਲਨ ਹੈ ਜਿਹੜਾ ਮਨੂਵਾਦ ਨੂੰ ਪੂਰੇ ਦੇਸ਼ ਵਿੱਚ ਟੱਕਰ ਦੇ ਸਕਦਾ। ਸੋ ਦੇਸ਼ ਵਿਆਪੀ ਅੰਦੋਲਨ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਦੇਸ਼ ਵਿਆਪੀ ਅੰਦੋਲਨ ਦੇ ਵਿੱਚ ਸਭ ਤੋਂ ਵੱਡਾ ਰੋਲ ਪਲੇ ਕਰ ਰਹੀ ਹੈ ਬਹੁਜਨ ਸਮਾਜ ਪਾਰਟੀ, ਇੱਕ ਨੈਸ਼ਨਲ ਪਾਰਟੀ ਆ। ਭੈਣ ਕੁਮਾਰੀ ਮਾਇਆਵਤੀ ਜੀ ਨੂੰ ਪ੍ਰਮੋਟ ਕਰੀਏ, ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਸਾਥ ਦਈਏ। ਮਿਸ਼ਨ 2022 ਨੂੰ ਮੁੱਖ ਰੱਖ ਕੇ
ਬਹੁਜਨ ਸਮਾਜ ਪਾਰਟੀ ਚੋਣ ਨਿਸ਼ਾਨ ਹਾਥੀ ਇਸ ਗੱਠਜੋੜ ਦਾ ਸਾਥ ਦਈਏ ਤਾਂ ਕਿ ਆਪਾਂ ਆਪਣੇ ਸਮਾਜ ਨੂੰ, ਆਪਣੇ ਭਾਈਚਾਰੇ ਨੂੰ, ਬਾਬਾ ਸਾਹਿਬ ਦੀ ਮੂਵਮੈਂਟ ਨੂੰ, ਗੁਰੂ ਰਵਿਦਾਸ ਮਹਾਰਾਜ ਦੀ ਮੂਵਮੈਂਟ ਨੂੰ ਔਰ ਆਪਣੇ ਮਹਾਂਪੁਰਸ਼ਾਂ ਦੀ ਰਹਿਬਰਾਂ ਦੀ ਮੂਵਮੈਂਟ ਨੂੰ ਅੱਗੇ ਵਧਾ ਕੇ ਆਪਾਂ ਆਪਣਾ ਵਡਮੁੱਲਾ ਯੋਗਦਾਨ ਪਾ ਸਕੀਏ। ਨਹੀਂ ਤਾਂ ਆਉਣ ਵਾਲੀਆਂ ਪੁਸ਼ਤਾਂ ਨੇ ਸਾਡੇ ਛਿੱਤਰ ਮਾਰਨੇ ਆ ਜੀ। ਜਦ ਤੁਹਾਨੂੰ ਪਤਾ ਸੀ ਕਿ ਤੁਹਾਡੀ ਪੱਤ ਲੁੱਟ ਹੋ ਰਹੀ ਹੈ, ਜਦ ਤੁਹਾਨੂੰ ਪਤਾ ਸੀ ਕਿ ਤੁਹਾਡੇ ਸਾਹਮਣੇ ਇਹੋ ਜਿਹੇ ਲੋਕ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਕੇ ਤੁਹਾਨੂੰ ਬਾਰ-ਬਾਰ ਜਲੀਲ ਕਰ ਰਹੇ, ਤੁਸੀਂ ਕਿਉਂ ਨਹੀਂ ਜਾਗੇ? ਆਉਣ ਵਾਲੀਆਂ ਪੁਸ਼ਤਾਂ ਗੁਲਾਮ ਹੋਣ ਤੋਂ ਬਚਾਈਏ, ਮਨੂਵਾਦ ਦੇ ਘੇਰੇ ਤੋਂ ਬਚਾਈਏ। ਇਹ ਜਿਹੜੀ ਚਾਹੇ ਪਗੜੀਧਾਰੀ ਲੋਕ ਨੇ, ਚਾਹੇ ਮਨੂਵਾਦ ਨੇ, ਸਾਰਾ ਕੁਝ ਇੱਕੋ ਹੀ ਹੈ। ਸਾਨੂੰ ਜਾਗਣਾ ਜ਼ਰੂਰੀ ਹੈ, ਸਾਡੇ ਲਈ ਜਾਗਣਾ ਬਹੁਤ ਜ਼ਰੂਰੀ ਹੈ। ਮੈਂ ਬੇਨਤੀ ਕਰਦਾ ਫਿਰ ਇੱਕ ਵਾਰੀ ਕਿ ਇਹ ਗੱਠਜੋੜ ਸਾਡੇ ਸਮਾਜ ਲਈ ਬਹੁਤ ਵਧੀਆ ਹੈ, ਇਹਦਾ ਸਾਥ ਦੇਣਾ ਚਾਹੀਦਾ। ਬਹੁਤ ਮਿਹਰਬਾਨੀ ਚਾਲ ਸਾਹਿਬ, ਥੈਂਕ ਯੂ ਸਮਾਂ ਦੇਣ ਲਈ, ਧੰਨਵਾਦ। ਜੈ ਭੀਮ, ਜੈ ਭਾਰਤ। ਬਹੁਤ ਮਿਹਰਬਾਨੀ ਜੀ। ਇਹ ਹਨ ਗੁਰਪ੍ਰੀਤ ਦੀ ਬੰਸੀ, ਜਿਹਦੇ ਕਿ ਅਸੀਂ ਜਦੋਂ ਵੀ ਪ੍ਰੋਗਰਾਮ ਕਰਦੇ ਹਾਂ ਇਹਨਾਂ ਦੀ ਕਾਲ ਜਿਹੜੀ ਆ ਅਸੀਂ ਪਹਿਲ ਦੇ ਆਧਾਰ 'ਤੇ ਲੈਂਦੇ ਹਾਂ। ਬਹੁਤ ਸਾਰੀਆਂ ਕਾਲ ਜੀ। ਬ੍ਰੇਕ ਤੋਂ ਬਾਅਦ ਅਸੀਂ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਜੁੜਾਂਗੇ, ਇਹੀ ਪ੍ਰੋਗਰਾਮ ਲੈ ਕੇ ਜੀ। ਬ੍ਰੇਕ 1.25 ਮਿੰਟ ਬਾਅਦ ਅਸੀਂ ਬ੍ਰੇਕ ਕਰਾਂਗੇ ਔਰ ਬ੍ਰੇਕ ਤੋਂ ਬਾਅਦ ਫਿਰ ਇੱਦਾਂ ਹੀ ਤੁਹਾਡੇ ਨਾਲ 1 ਘੰਟਾ ਰੂਬਰੂ ਹੋਵਾਂਗੇ। ਬਹੁਤ ਸਾਰੀਆਂ ਕਾਲਾਂ ਮੈਨੂੰ ਹੁਣੇ ਪਤਾ ਲੱਗਿਆ ਕਿ 8-10 ਕਾਲਾਂ ਜਿਹੜੀਆਂ ਉਹ ਲਾਈਨ ਦੇ ਵਿੱਚ ਆ, ਕਿਊ ਦੇ ਵਿੱਚ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਬੇਸ਼ੱਕ ਹੁਣ ਆਪਣੀ ਕਾਲ ਜਿਹੜੀ ਬੰਦ ਕਰ ਲੈਣ, ਕਿਉਂਕਿ ਬ੍ਰੇਕ ਹੋਣੀ ਆ 5-7 ਮਿੰਟ ਦੀ। ਉਸ ਤੋਂ ਬਾਅਦ ਇਹ ਪ੍ਰੋਗਰਾਮ ਜਿਹੜਾ ਜੀ। ਜੈ ਗੁਰਦੇਵ, ਜੈ ਭੀਮ ਜੀ। ਹੈਲੋ ਹਾਂਜੀ। ਹੈਲੋ, ਜੈ ਭੀਮ, ਜੈ ਭਾਰਤ ਜੀ। ਜੈ ਭੀਮ, ਜੈ ਭਾਰਤ ਜੀ। ਚਾਲ ਸਾਹਿਬ, ਤੁਹਾਡਾ ਮੁੱਦਾ ਤਾਂ ਬਹੁਤ ਹੈ। ਮੈਂ ਪ੍ਰੇਮਾਨ ਲੰਡਨ ਤੋਂ ਬੋਲ ਰਿਹਾ ਜੀ। ਪ੍ਰੇਮਾਨ ਜੀ, ਜੇ ਤੁਸੀਂ ਫੋਨ ਕੱਟ ਲਓ ਜਾਂ ਹੋਲਡ ਕਰ ਸਕਦੇ, ਪਰ ਇੰਨਾ ਹੋਲਡ ਕਰਨਾ ਵੀ ਔਖਾ ਹੋ ਜਾਣਾ। ਮੈਂ ਰੱਖ ਲੈਣਾ ਹੋਲਡ 2 ਮਿੰਟ। ਨਹੀਂ, ਚਲੋ ਹੋਲਡ ਕਰ ਲਿਓ। ਸਾਡੇ ਕੋਲ 32 ਸੈਕਿੰਡ ਆ। ਹਾਂ, ਮੈਂ ਹੋਲਡ ਕਰ ਲੈਣਾ। ਸਿਰਫ ਇੱਕ ਮੈਸੇਜ ਦੇਣਾ ਮੈਂ। ਤੁਸੀਂ ਬ੍ਰੇਕ ਤੋਂ ਬਾਅਦ ਕਰੇ, ਬ੍ਰੇਕ 'ਚ 20 ਸੈਕਿੰਡ 'ਚ ਕਹਿ ਲਓਗੇ? ਹਾਂਜੀ ਹਾਂਜੀ, ਚਲੋ ਤੁਸੀਂ ਬ੍ਰੇਕ ਲੈ ਲਓ ਤੇ ਮੈਂ ਬਾਅਦ ਹੋਲਡ ਕਰ ਦਾਂ। ਠੀਕ ਹੈ ਜੀ, ਬਹੁਤ ਮਿਹਰਬਾਨੀ। ਤੁਸੀਂ ਹੋਲਡ ਕਰ ਲਓ। ਹਾਂਜੀ। ਪਿਆਰੇ ਦਰਸ਼ਕੋ, ਬਹੁਤ ਸਾਰੀਆਂ ਕਾਲ ਜਿਹੜੀਆਂ ਹੋਲਡ ਹੋਈਆਂ ਪਈਆਂ ਨੇ। ਮੈਂ ਮਾਫੀ ਚਾਹੁੰਦਾ, ਕਿਉਂਕਿ ਜਦ ਮੈਂ ਇਹਨਾਂ ਦੀ ਵੀ ਗੱਲ ਪੂਰੀ ਸੁਣਨੀ ਹੁੰਦੀ ਤਾਂ ਦੂਸਰਿਆਂ ਦੀ ਵੀ ਸੁਣੀ। ਮਾੜੀ ਕੱਟ ਕੇ ਜਿਹੜੀ ਇਹ ਗੱਲ ਕਰਨ ਦਾ ਕੋਈ ਸਵਾਦ ਨਹੀਂ ਹੁੰਦਾ। ਸੋ ਇਸ ਦੇ ਲਈ ਮਾਫੀ ਚਾਹੁੰਦਾ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਇਵੇਂ ਹੀ ਚੱਲੂਗਾ 1 ਘੰਟੇ ਦੇ ਲਈ। ਜੈ ਗੁਰਦੇਵ, ਜੈ ਭੀਮ ਜੀ।